आपका धन्यवाद आज के दिन के लिए, आपकी हजूरी के लिए। परमेश्वर, हम विश्वास करते हैं कि आज आज जो दिन आपने ठहराया, परमेश्वर, इस दिन में हम आनंदित हैं। और परमेश्वर, हम विश्वास करते हैं कि आज का दिन हमारी गवाही का दिन होगा। परमेश्वर, हम विश्वास करते हैं कि आज आप अपने वचन के द्वारा, अपनी आत्मा के द्वारा और अपने दास के द्वारा आप हमें छूने जा रहे हैं। परमेश्वर, हम विश्वास करते हैं कि आज जो गवाहियां हम सुनेंगे, उन्हीं की तरह हम भी अपनी गवाही के साथ तेरी इस जगह पे, तेरी हजूरी में, तेरी महिमा के लिए खड़े होंगे। परमेश्वर, हम विश्वास करते हैं कि आज जब आपके अभिषेक, आपके दास हमारे बीच में आएंगे, तो परमेश्वर, आज आपका आत्मा अद्भुत रीति के साथ उनके बीच से होकर हमारे लिए बोलने वाला है, हमें छूने वाला है। परमेश्वर, हम विश्वास करते हैं कि आज हम यहां से वापस से नहीं जाएंगे। प्रभु यीशु मसीह के सामर्थी नाम में आमीन, आमीन, हालेलुया। एक बार सब तारीफ करेंगे जोर से और सब बैठ जाएंगे अपनी जगह पे। हालेलुया। आइए हम कुछ गवाहियों को सुनेंगे। हालेलुया। मैं पापा मम्मी ਦਾ ਉਹਨਾਂ ਨੂੰ ਜੈਮਸੀ ਦੀ ਕਹਿੰਨੀ ਆ, ਸੋਫੀਆ ਨੂੰ ਵੀ, ਪੂਰੀ ਕਲਸੀਆ ਦੇ ਭਾਈ ਭੈਣਾਂ ਨੂੰ ਵੀ ਜੈਮਸੀ ਦੀ ਕਹਿੰਨੀ ਆ। ਮੇਰੀ ਗਵਾਹੀ ਆ ਕਿ 8 ਸਾਲ ਤੋਂ ਮੇਰੇ ਰਿਸ਼ਤੇ ਦੀ, ਮੈਰਿਜ ਦੇ ਲਈ ਚਿੰਤਤ ਸੀ ਘਰ ਦੇ। ਮੇਰੀ ਗਵਾਹੀ ਮੇਰੀ ਮੈਰਿਜ ਦੀ ਆ ਕਿ ਉਹਨਾਂ ਨੂੰ ਬਹੁਤ ਚਿੰਤਾ ਰਹਿੰਦੀ ਹੁੰਦੀ ਸੀਗੀ। 2006 ਚ ਮੈਂ ਪ੍ਰਭੂ ਚ ਆਈ ਸੀਗੀ ਤੇ ਇਸੇ ਕਰਕੇ ਬ੍ਰਦਰ ਦੀ ਮੈਰਿਜ 8 ਚ ਹੋ ਗਈ ਸੀ। ਉਹਦੇ ਬਾਅਦ ਮੇਰੀ ਮੈਰਿਜ ਦੀ ਚਿੰਤਾ ਸੀ। ਮੇਰਾ ਰਿਸ਼ਤਾ ਵੀ ਨਹੀਂ ਹੋ ਰਿਹਾ ਸੀਗਾ ਔਰ ਗੱਲਬਾਤ ਹੁੰਦੀ ਸੀ, ਬੰਦ ਹੋ ਜਾਂਦੀ ਹੁੰਦੀ ਸੀ। ਫਿਰ 2014 ਨੂੰ ਮੇਰੇ ਮੰਮੀ ਤੇ ਮੇਰੇ ਬ੍ਰਦਰ ਇੱਥੇ ਖੰਬਰਾ ਆਏ। ਉਹਨਾਂ ਨੇ ਫਿਰ ਮੈਨੂੰ ਵੀ ਇੱਥੇ ਲੈ ਕੇ ਆਏ ਬਾਅਦ ਵਿੱਚ। ਤੇ ਜਦੋਂ ਮੈਂ ਵਚਨ ਸੁਣਿਆ ਤੇ ਫਿਰ ਮੈਂ ਵਚਨ ਸੁਣ ਕੇ, ਪਹਿਲਾਂ ਮੈਂ ਨਿਰਾਸ਼ ਸੀਗੀ ਵੀ ਲਾਈਫ ਦੇ ਵਿੱਚ ਮਿਹਣੇ ਤਾਨੇ ਸੀਗੇ, ਬਹੁਤ ਕੁਝ ਦੇਖ ਕੇ ਮੈਨੂੰ ਸਾਰੇ ਕਹਿੰਦੇ ਹੁੰਦੇ ਸੀਗੇ ਵੀ ਪਤਾ ਨਹੀਂ ਇਹ ਕੁੜੀ ਦਾ ਹੋਣਾ ਕਿ ਨਹੀਂ, ਕੀ ਹੋਣਾ ਕੀ ਨਹੀਂ। ਸਾਡੇ ਰਿਸ਼ਤੇਦਾਰ ਵੀ ਕਹਿੰਦੇ ਹੁੰਦੇ ਸੀਗੇ। ਪਰ ਫਿਰ ਮੈਂ ਜਦੋਂ ਇੱਥੇ ਆਈ, ਜਦੋਂ ਮੈਂ ਵਚਨ ਸੁਣਿਆ, ਮੈਂ ਇੱਕ ਤਾਕਤ ਪਾਈ, ਇੱਕ ਏਦਾਂ ਦੀ ਤਾਕਤ ਪਾਈ ਕਿ ਮੈਂ ਸੋਚਿਆ ਚਾਹੇ ਮੇਰੀ ਲਾਈਫ 'ਚ ਕੁਝ ਹੋਵੇ ਜਾਂ ਨਾ ਹੋਵੇ, ਚਾਹੇ ਮੇਰੀ ਮੈਰਿਜ ਹੋਵੇ ਜਾਂ ਨਾ ਹੋਵੇ, ਪਰਮੇਸ਼ਵਰ ਤੂੰ ਹੀ ਮੇਰਾ ਪਰਮੇਸ਼ਵਰ ਆ, ਤੈਨੂੰ ਮੈਂ ਆਪਣੀ ਲਾਈਫ 'ਚ ਕਦੀ ਨਹੀਂ ਛੱਡਣਾ। ਤੇ ਫਿਰ ਬਾਅਦ ਵਿੱਚ ਕੀ ਹੋਇਆ ਕਿ ਫਿਰ ਮੈਂ ਚਰਚ ਆਉਂਦੀ ਰਹੀ, ਤਾਕਤ ਪਾਉਂਦੀ ਰਹੀ, ਵਚਨ ਸੁਣਦੀ ਰਹੀ, ਰੋਜ਼ੇ ਰੱਖਦੀ ਰਹੀ, ਪ੍ਰਾਰਥਨਾ ਕਰਦੀ ਰਹੀ, ਫਾਸਟਿੰਗ ਕਰਦੀ ਰਹੀ ਔਰ ਪਵਿੱਤਰਤਾਈ 'ਚ ਚੱਲਦੀ ਰਹੀ। ਫਿਰ ਮੈਨੂੰ ਬਾਅਦ ਵਿੱਚ ਜਦੋਂ ਪਾਪਾ ਜੀ ਪ੍ਰੋਫੈਸੀ ਕਰਦੇ ਹੁੰਦੇ ਸੀ ਕਿ ਤੁਹਾਡੀ ਮੈਰਿਜ ਸਵਰਗੀ ਇੰਤਜ਼ਾਮ ਦੇ ਨਾਲ ਹੋਵੇਗੀ, ਤੇ ਉਹ ਮੈਂ ਰਿਸੀਵ ਕਰਦੀ ਹੁੰਦੀ ਸੀ। ਮੇਰੀ ਮੈਰਿਜ ਵਾਕਈ ਪੂਰੀ ਫੈਮਿਲੀ ਚੋਂ ਅਲੱਗ ਹੋਈ ਔਰ ਸਵਰਗੀ ਇੰਤਜ਼ਾਮ ਦੇ ਨਾਲ ਹੋਈ ਆ। ਮੈਂ ਪ੍ਰਭੂ ਦਾ ਧੰਨਵਾਦ ਕਰਦੀ ਹਾਂ। ਤੁਹਾਡੀ ਮੈਰਿਜ ਕਿੱਥੇ ਹੋਈ ਹੈ? ਮੇਰੀ ਮੈਰਿਜ ਇੰਗਲੈਂਡ ਵਿੱਚ। ਜਿਹੜੇ ਤੁਹਾਡੇ ਪਤੀ ਉਹ ਇੰਗਲੈਂਡ 'ਚ ਹੈ? ਹਾਂਜੀ। ਉੱਥੇ ਸੈਟਲ ਨੇ? ਸੈਟਲ ਨੇ। ਪੂਰੀ ਫੈਮਿਲੀ ਪ੍ਰਭੂ ਵਿੱਚ ਉੱਥੇ ਸੈਟਲ ਹੈ। ਇਹ ਤਾਰੀਫ ਨਹੀਂ ਹੈ। ਤੁਸੀਂ ਲਿਖਿਆ ਕਿ ਤੁਸੀਂ 8 ਸਾਲ ਤੋਂ ਤੁਸੀਂ ਰਿਸ਼ਤੇ ਲਈ ਦੇਖ ਰਹੇ ਸੀ, ਪਰ ਗੱਲ ਬਣਦੀ ਸੀ, ਕੋਈ ਵੀ ਸਿਰਾ ਨਹੀਂ ਸੀ ਚੜਦਾ ਔਰ ਤੁਸੀਂ ਨਿਰਾਸ਼ ਸੀ, ਲੋਕ ਤੁਹਾਨੂੰ ਤਾਨੇ ਮੈਨੇ ਮਾਰਦੇ ਸੀਗੇ। ਤੁਸੀਂ ਚਰਚ ਹੈ, ਤੁਸੀਂ ਵਚਨ ਨੂੰ ਸੁਣਨਾ ਸ਼ੁਰੂ ਕੀਤਾ, ਤੁਹਾਡੇ ਅੰਦਰ ਤੁਹਾਡਾ ਵਿਸ਼ਵਾਸ ਜਾਗਿਆ, ਤੁਹਾਡੇ ਅੰਦਰ ਤਾਕਤ ਆਈ ਔਰ ਤੁਸੀਂ ਫੈਸਲਾ ਕੀਤਾ ਕਿ ਪਰਮੇਸ਼ਰ ਤੁਹਾਨੂੰ ਬਲੈਸ ਕਰਨਾ ਕਰ, ਮੈਂ ਤੈਨੂੰ ਨਹੀਂ ਛੱਡਾਂਗੀ। ਔਰ ਜਦੋਂ ਪਰਮੇਸ਼ਰ ਦੇ ਦਾਸ ਪ੍ਰੋਫੈਸੀ ਕਰਦੇ ਸੀ, ਉਹ ਮੈਰਿਜ ਲਈ ਕਹਿੰਦੇ ਸੀ, और जो उन्होंने कहा कि परमेश्वर स्वर्ग इंतजाम करेगा ਤੁਹਾਡੇ ਲਈ, ਤੁਸੀਂ ਰਿਸੀਵ ਕਰਦੇ ਹੋ, ਤੁਸੀਂ ਵਿਸ਼ਵਾਸ ਕਰਦੇ ਸੀ और आज ਤੁਹਾਡੀ मैरिज इंग्लैंड ਵਿੱਚ ਹੋਈ ਹੈ, ਉਹ ਵੀ ਸਿਟੀਜ਼ਨ ਉੱਥੇ ਦੇ। ਹਾਂਜੀ, तारीफ करें परमेश्वर की, जोर से तारीफ करें, जोर से। जारियान जैमसी जी सारे भैन भरावां ਨੂੰ जैमसी जी, मम्मी पापा ਨੂੰ जैमसी जी। मेरी गवाही है जी अखां दी। मैं 2 वारी हस्पताल गया ते डॉक्टर कहते भी अखां ऐनकां नहीं लगणियां ते
ਫਿਰ ਮੈਂ ਉੱਥੋਂ ਚੁੱਪ ਕਰਕੇ ਤੁਸੀਂ ਆ ਗਿਆ। ਲਿਖਿਆ ਕਿ ਤੁਹਾਡੀ ਜਿਹੜੀ ਅੱਖਾਂ ਦੀ ਉਹ ਰੋਸ਼ਨੀ ਜੋ ਆਈਸਾਈਟ ਉਹ ਵੀਕ ਹੋਣੀ ਸ਼ੁਰੂ ਹੋ ਗਈ ਸੀ। ਹਾਂਜੀ ਤੁਸੀਂ ਡਾਕਟਰ ਕੋਗੇ, ਫਿਰ ਡਾਕਟਰ ਨੇ ਕੀ ਕਿਹਾ ਤੁਹਾਨੂੰ? ਹਾਂਜੀ ਹਾਂਜੀ, ਉਹ ਕਹਿੰਦੇ ਸੀ ਵੀ ਐਨਕ ਨਹੀਂ ਲੱਥਣੀ, ਤੇ ਉਦਾਂ ਵੀ ਝੋਲਾ ਝੋਲਾ ਦੀਦਾ ਸੀ, ਮੈਨੂੰ ਲਾਗੇ ਪਛਾਣ ਹੀ ਨਹੀਂ ਸੀ ਆਉਂਦੀ ਵੀ ਕੌਣ ਆ ਇੱਕ ਅੱਖ ਤੋਂ ਤਾਂ। ਤੇ ਬਿਲਕੁਲ ਹੁਣ ਮੈਂ ਸਾਫ ਆ, ਐਨਕਾਂ ਲੱਥ ਗਈਆਂ, ਸਭ ਕੁਝ ਦੀਦਾ ਐਨ ਸਹੀ ਸਲਾਮਤ। ਮੈਂ ਪ੍ਰਭੂ ਦਾ ਬਹੁਤ ਧੰਨਵਾਦ ਕਰਦਾ, ਰੱਜ ਕੇ ਧੰਨਵਾਦ ਕਰਦਾ। ਤੇ ਸਾਰਿਆਂ ਤੋਂ ਵੱਡਾ ਡਾਕਟਰ ਹੋਏ ਆ ਜੀ ਜਿਹਨੇ ਐਨਕਾਂ ਲਾਤੀਆਂ, ਬਾਕੀ ਤਾਂ ਤੁਸੀਂ ਲਿਖਿਆ ਕਿ ਤੁਸੀਂ ਤੁਹਾਡੀ ਗਵਾਹੀ ਹੈ ਕਿ ਤੁਹਾਡੇ ਐਨਕਾਂ ਲੱਗੀਆਂ ਹੋਈਆਂ ਸੀਗੀਆਂ ਹਾਂਜੀ ਔਰ ਹਾਂਜੀ ਤੁਸੀਂ ਬਿਨਾਂ ਐਨਕੋ ਕੋਲੋਂ ਦੀ ਬਿਲਕੁਲ ਵੀ ਨਹੀਂ ਸੀ ਦੇਖ ਨਹੀਂ ਦੇਖ ਸਕਦੇ ਸਕਦੇ ਸੀ। ਔਰ ਤੁਸੀਂ ਚਰਚ ਆਂਦੇ ਔਰ ਜਦੋਂ ਪਰਮੇਸ਼ਰ ਦਾਸ ਨੇ ਅੱਖਾਂ ਲਈ ਪ੍ਰੇ ਕੀਤੀ, ਹਾਂਜੀ ਤੁਸੀਂ ਵਿਸ਼ਵਾਸ ਕੀਤਾ, ਤੁਸੀਂ ਰਿਸੀਵ ਕੀਤਾ ਹਾਂਜੀ ਹਾਂਜੀ, ਔਰ ਉਸ ਦਿਨ ਤੋਂ ਬਾਅਦ ਤੁਹਾਡੀ ਐਨਕ ਬਿਲਕੁਲ ਉਤਰ ਚੁੱਕੀ ਹੈ। ਉਤਰ ਗਈ ਜੀ, ਉਤਰ ਗਈ। ਹੁਣ ਤੁਹਾਨੂੰ ਕੋਈ ਐਨਕ ਦੀ ਲੋੜ ਨਹੀਂ ਹੈ। ਨਹੀਂ ਜੀ ਨਹੀਂ, ਸਭ ਕੁਝ ਕਿੰਨੇ ਮਹੀਨੇ ਹੋ ਗਏ ਐਨਕ ਲਾ ਕੇ ਸਿੱਟੇ ਨੂੰ? ਇਹ 2 ਮਹੀਨੇ ਹੋ ਗਏ ਲੱਥੀ ਨੂੰ, ਤੇ ਪਹਿਲਾਂ 4 ਮਹੀਨੇ 6 ਮਹੀਨੇ ਹੋ ਗਏ ਲੱਗੀ ਨੂੰ। 6 ਮਹੀਨੇ ਪਹਿਲਾਂ ਲੱਗੇ ਸੀ, 2 ਮਹੀਨੇ ਤੁਸੀਂ ਨਹੀਂ ਯੂਜ਼ ਕਰ ਰਹੇ। ਹਾਂਜੀ ਨਹੀਂ ਹੁਣ ਤੁਸੀਂ ਬਿਨਾਂ ਐਨਕ ਤੋਂ ਸਾਫ਼ ਦੇਖ ਪਾ ਰਹੇ ਹੋ। ਸਭ ਕੁਝ ਦੀਦਾ ਜੀ ਮੈਨੂੰ। ਹੁਣ ਤੁਹਾਨੂੰ ਕੋਈ ਵੀ ਪ੍ਰੋਬਲਮ ਨਹੀਂ ਹੈ ਅੱਖਾਂ ਦੀ। ਨਹੀਂ ਜੀ ਨਹੀਂ। ਤਾਰੀਫ ਕਰੇ। ਤੁਹਾਡੀ ਦੂਜੀ ਗਵਾਹੀ ਕੀ ਹੈ? ਦੂਜੀ ਇੱਕ ਮੇਰੇ ਇੱਥੇ ਫੋੜਾ ਬਹੁਤ ਤਗੜਾ ਸੀ, ਤੇ ਉਹ ਫਿਸ ਜਾਂਦਾ ਸੀ ਤੇ ਫੇਰ ਹੋ ਜਾਂਦਾ ਸੀ ਦੁਬਾਰਾ, ਤੇਲ ਲਾਉਂਦੇ ਜਦੋਂ ਫਿਸ ਜਾਂਦਾ ਸੀ। ਤੇ ਇੱਕ ਦਿਨ ਟੀਵੀ 'ਚ ਪ੍ਰੋਗਰਾਮ ਚੱਲਦਾ ਸੀ ਤਾਂ ਮੈਂ ਦੇਖਿਆ ਸਵੇਰ ਨੂੰ, ਤੇ ਉਹ ਬਾਬਾ ਜੀ ਨੇ ਕਿਹਾ ਵੀ ਫੋੜਾ ਹੁਣ ਜਾ ਰਿਹਾ। ਉਦੋਂ ਤੋਂ ਬਾਅਦ ਐਨ ਸਬਾਬ ਹੋ ਗਿਆ ਬਿਲਕੁਲ। ਮੈਂ ਤੁਸੀਂ ਲਿਖਿਆ ਕਿ ਤੁਹਾਡੇ ਸ਼ੋਲਡਰ ਦੇ ਉੱਤੇ ਫੋੜਾ ਕਿੰਨੀ ਦੇਰ ਦੀ ਉਹ ਫਿਸ ਜਾਂਦਾ ਸੀ, ਹੋ ਜਾਂਦਾ ਸੀਗਾ। ਹਾਂਜੀ ਹਾਂਜੀ, 2 ਮਹੀਨਿਆਂ ਦਾ। ਔਰ ਤੁਸੀਂ ਡੀਡੀ ਪੰਜਾਬੀ ਦੇਖ ਰਹੇ ਸੀ, ਜੀਵਨ ਦੀਆਂ ਗੱਲਾਂ ਪ੍ਰੋਗਰਾਮ ਦੇਖ ਰਹੇ ਸੀ। ਹਾਂਜੀ ਹਾਂਜੀ ਔਰ ਪਰਮੇਸ਼ਰ ਦੇ ਦਾਸ ਨੇ ਕਿਹਾ ਕਿ ਇੱਕ ਬ੍ਰਦਰ ਜੋ ਟੀਵੀ ਦੇਖ ਰਿਹਾ, ਜੋ ਪ੍ਰੋਗਰਾਮ ਦੇਖ ਰਿਹਾ ਵਾ, ਹਾਂਜੀ ਔਰ ਉਹਦੇ ਫੋੜਾ ਆ, ਪਰਮੇਸ਼ਰ ਉਹਨੂੰ ਛੂ ਰਿਹਾ ਔਰ ਅੱਜ ਤੋਂ ਆਜ਼ਾਦ ਹੈ। ਹਾਂਜੀ ਹਾਂਜੀ, ਔਰ ਉਸ ਦਿਨ ਤੋਂ ਬਾਅਦ ਤੁਸੀਂ ਠੀਕ ਹੋ, ਹਾਂ ਬਿਲਕੁਲ ਸਾਫ, ਬਿਲकुल साफ हो गया आवाज साफ बिल्कुल, और बस कोई भी प्रॉब्लम नहीं है। नहीं, तो कोई भी नहीं। बस तारीफ करे परमेश्वर के सब जोर से। ये तारीफ नहीं है। ਜੀਐਮਸੀ ਦੀ ਸਾਰੀ ਕਲੇਸਿਆਂ ਨੂੰ, ਪਾਪਾ ਮੰਮੀ ਨੂੰ, ਸਾਰਿਆਂ ਨੂੰ ਮੇਰੀ ਗਵਾਹੀ ਇਹ ਆ ਕਿ ਮੈਨੂੰ ਗਵਰਨਮੈਂਟ ਜੌਬ ਮਿਲੀ ਆ। ਲਗਭਗ ਮਹੀਨੇ ਦਾ ਪ੍ਰੋਸੀਜਰ ਚੱਲ ਰਿਹਾ ਸੀਗਾ, ਬਟ ਮੈਂ ਚਾਹੁੰਦਾ ਸੀਗਾ ਕਿ ਮੈਨੂੰ ਪਹਿਲਾਂ ਅਪਾਇੰਟਮੈਂਟ ਸਭ ਕੁਝ ਆਰਡਰ ਮਿਲ ਜਾਣ, ਫਿਰ ਹੀ ਮੈਂ ਗਵਾਹੀ ਵਾਸਤੇ ਆਵਾਂ। ਤਾਂ ਮੇਰੀ ਫੀਲਡ ਆਫਿਸਰ ਦੀ ਸਿਲੈਕਸ਼ਨ ਹੋਈ ਹੈ ਡੀਸੀ ਸੋਸ਼ਲ ਵੈਲਫੇਅਰ ਡਿਪਾਰਟਮੈਂਟ ਦੇ ਵਿੱਚ, ਲੋਨ ਡਿਪਾਰਟਮੈਂਟ ਦੇ ਵਿੱਚ। ਤਾਂ ਐਕਚੁਅਲੀ ਗੱਲ ਇਹ ਕਿ ਬਹੁਤ ਮੁਸ਼ਕਿਲ ਨਾਲ ਮਤਲਬ ਇੱਥੋਂ ਤੱਕ ਮੈਂ ਪਹੁੰਚਿਆ ਹਾਂ। ਮੈਂ 2015 ਦੇ ਵਿੱਚ ਇਸ ਚਰਚ ਨਾਲ ਜੁੜਿਆ। ਤਾਂ ਮੈਂ ਪ੍ਰੋਫੈਸਰ ਰਿਸੀਵ ਕਰਦਾ ਹੁੰਦਾ ਸੀ ਪੋਸਟਲ ਸਾਹਿਬ ਦੀ ਕਿ ਜਿਹਨਾਂ ਨੂੰ ਗਵਰਨਮੈਂਟ ਜੌਬ ਚਾਹੀਦੀ ਉਹ ਮਿਲ ਜਾਊਗੀ। ਮੈਂ 3-4 ਵਾਰੀ ਐਗਜ਼ਾਮ ਦਿੱਤੇ, ਅਕਾਊਂਟ ਆਫਿਸਰ ਦੇ, ਮਿਊਨਿਸਪਲ ਕਾਰਪੋਰੇਸ਼ਨ ਅਕਾਊਂਟੈਂਟ ਦੇ। ਤਾਂ ਕਿਤੇ ਮਤਲਬ ਮੈਰਿਟ ਦੇ ਵਿੱਚ ਨਾਮ ਵੀ ਆ ਜਾਣਾ, ਕਿਤੇ ਰਹਿ ਜਾਣਾ। ਮੈਂ ਬਹੁਤ ਮਤਲਬ ਦੁਖੀ ਹੋ ਗਿਆ ਸੀਗਾ, ਯਾਰ ਇਹ ਬਹੁਤ ਮੁਸ਼ਕਿਲ ਹੈਗਾ ਆ, ਕਿਉਂਕਿ ਅੱਜ ਕੱਲ੍ਹ ਦੀ ਲਾਈਫ ਸੈਟਲ ਹੋਣਾ ਬਹੁਤ ਜ਼ਰੂਰੀ ਇਨਸਾਨ ਦਾ। ਮੈਂ ਪ੍ਰਾਈਵੇਟ ਜੌਬ ਕਰਦਾ ਸੀਗਾ ਤਾਂ ਮੇਰਾ 15,000 ਸੈਲਰੀ ਸੀਗੀ ਉੱਥੇ, ਬਟ ਹੁਣ ਇੱਥੇ ਇੱਦਾਂ ਆ ਕਿ ਗਵਰਨਮੈਂਟ ਸਕੇਲ ਕਾਫੀ ਅੱਛਾ ਆ। 35,000 ਮੇਰੀ ਸੈਲਰੀ ਆ। ਤਾਂ ਸਰਵਿਸ ਜਿਹੜਾ ਪ੍ਰਭੂ ਨੇ ਮੈਨੂੰ ਬਲੈਸ ਕੀਤਾ ਬਹੁਤ ਅੱਛਾ, ਮੈਂ ਧੰਨਵਾਦ ਕਰਦਾ ਹਾਂ। ਤਾਂ ਤੁਸੀਂ ਲਿਖਿਆ ਕਿ 6 ਮਹੀਨੇ ਤੁਸੀਂ ਅਪਲਾਈ ਕਰ ਰਹੇ ਸੀਗੇ। 6 ਮਹੀਨੇ ਪਹਿਲਾਂ ਤੁਸੀਂ ਅਪਲਾਈ ਕੀਤਾ ਸੀਗਾ। ਹਾਂ ਬਿਲਕੁਲ। ਔਰ ਤੁਸੀਂ ਉਸ ਤੋਂ ਪਹਿਲਾਂ ਵੀ 2-3 ਵਾਰ ਟਰਾਈ ਕੀਤਾ ਪਰ ਤੁਹਾਨੂੰ ਕੋਈ ਰਿਸਪੌਂਸ ਨਹੀਂ ਮਿਲਿਆ। ਕੋਈ ਰਿਸਪੌਂਸ ਨਹੀਂ ਮਿਲਿਆ। ਤੁਸੀਂ ਚਰਚ ਆ ਰਹੇ ਹੋ, ਤੁਸੀਂ ਲਗਾਤਾਰ ਵਚਨ ਨੂੰ ਸੁਣ ਰਹੇ ਹੋ। ਦਰਅਸਲ ਚਰਚ ਆਉਣ ਦਾ ਮੇਰਾ ਮਕਸਦ ਇਹ ਸੀਗਾ ਕਿ ਮੈਂ ਬਲੈਸਿੰਗ ਵੀ ਲੈ ਸਕਾਂ। ਤਾਂ ਔਰ ਮੈਂ ਦੇਖਿਆ ਮੇਰੇ ਕਈ ਰਿਲੇਟਿਵ ਜਿਹੜੇ ਕ੍ਰਿਸਚੀਅਨਿਟੀ ਦੇ ਵਿੱਚ ਹੈਗੇ, ਉਹਨਾਂ ਦੇ ਕੰਮ ਬਹੁਤ ਅੱਛੇ ਹੁੰਦੇ। ਉਹਨਾਂ ਦੇ ਯਾਨੀ ਕਿ ਕੈਨੇਡਾ ਬੱਚੇ ਗਏ ਹੋਏ ਆ, ਉਹ ਸਟੱਡੀ ਕਰ ਰਹੇ ਆ। ਤਾਂ ਮੈਂ ਸੋਚਿਆ ਕਿ ਜਦ ਉਹਨਾਂ ਦਾ ਕੰਮ ਹੋ ਸਕਦਾ ਕਿ ਸਾਡਾ ਵੀ ਹੋ ਸਕਦਾ। ਤਾਂ ਫਿਰ ਮੈਂ ਇਸ ਵਿਸ਼ਵਾਸ ਨਾਲ ਆਇਆ। ਤਾਂ ਮੇਰਾ ਬਹੁਤ ਅੱਛਾ ਜਵਾਬ ਪ੍ਰਭੂ ਨੇ ਸੁਣ ਲਈ, ਤਾਂ ਅਪਾਇੰਟਮੈਂਟ ਹੋ ਗਈ ਹੈ, ਬਹੁਤ ਅੱਛਾ ਆ। ਔਰ ਅੱਜ ਤੁਸੀਂ ਗਵਰਨਮੈਂਟ ਜੌਬ ਨਾਲ ਬਲੈਸ ਹੋ ਹਾਂ। ਔਰ ਤੁਹਾਡੀ 35,000 ਸੈਲਰੀ ਹੈ। ਬਿਲकुल बिल्कुल। तारीफ करें परमेश्वर की जोर से, जोर से। मेरे पापा मम्मी ਨੂੰ ਜੈ ਮਸੀਹ ਦੀ, ਮੇਰੇ ਬੱਚੇ ਮੇਰੇ ਸਿਸਟਰ ਨੂੰ ਜੈ ਮਸੀਹ ਦੀ। ਮੇਰੀ ਆਪਣੀ ਗਵਾਹੀ ਹੈਗੀ ਆ। ਮੈਂ ਆਪਣੇ ਆਮਦਾ ਫਗਵਾੜੇ ਤੋਂ ਮੈਂ ਹੈਗਾ। ਮੇਰਾ ਨਾਮ ਸੁਭਾਸ਼ ਹੈਗਾ। ਮੈਂ ਆਪਣੀ ਗਵਾਹੀ ਦਿੰਦਾ ਕਮਰ ਦੀ। ਮੇਰੀ ਕਮਰ ਦੁਖਦੀ ਹੁੰਦੀ ਸੀ ਜਦੋਂ ਮੈਂ ਮੋਟਰਸਾਈਕਲ ਦੇ ਨਾਲ ਬਾਈਕ ਤੇ ਚਲਾਉਂਦਾ। ਕਿੰਨੇ ਸਾਲ ਤੋਂ ਤੁਹਾਡੀ ਕਮਰ ਦੁਖਦੀ ਸੀਗੀ? ਮੇਰੀ 6 ਮਹੀਨੇ ਤੋਂ ਦੁਖਦੀ ਸੀ। ਦੁਖਦੇ ਕਰਕੇ ਮੇਰੇ ਮੋਟਰਸਾਈਕਲ ਚਲਾ ਨਹੀਂ ਹੁੰਦਾ ਸੀ। ਮੇਰੇ ਕਈ ਵਾਰ ਝਟਕੇ ਲੱਗਦੇ ਆ, ਉਹਨਾਂ ਫਿਰ ਦੁਖਦਾ ਲੱਗ ਜਾਂਦੇ। ਤੁਸੀਂ ਮਤਲਬ ਤੁਹਾਡੇ ਕਮਰ ਚ ਨਹੀਂ ਦਰਦ ਹੁੰਦੀ, ਮੋਟਰਸਾਈਕਲ ਨਹੀਂ ਚਲਾ ਸਕਦੇ ਸੀ। ਹੁਣ ਮੇਰੇ 2 ਮਹੀਨੇ ਤੋਂ ਮੇਰੇ ਬਿਲਕੁਲ ਸਹੀ ਹੈਗੀ ਆ। ਮੇਰੀ ਇਸ ਕਰਕੇ ਬੱਚੇ ਕਰਕੇ ਮੈਂ ਆਨੰਦ ਰੈਲੀ ਤੇ ਮੇਰੇ 2 ਬੱਚੇ ਹੈਗੇ ਆ। ਤੁਸੀਂ ਆਪਣੀ ਗਵਾਹੀ ਦੇ ਵਿੱਚ ਲਿਖਿਆ ਵਾ ਕਿ ਤੁਸੀਂ ਡੀਡੀ ਪੰਜਾਬੀ ਪ੍ਰੋਗਰਾਮ ਦੇਖ ਰਹੇ ਪੰਜਾਬੀ ਤੋਂ ਮੈਂ ਸੀਗੇ, ਪ੍ਰੋਗਰਾਮ ਜੀਵਨ ਦੀਆਂ ਗੱਲਾਂ ਪ੍ਰੋਗਰਾਮ ਦੇਖ ਰਹੇ ਸੀਗੇ। ਮੇਰੇ ਬੁੱਧਵਾਰ ਦਿਨ ਪਾਪਾ ਨੇ ਕੀਤੀ ਸੀ ਫਾਰਮੇਸੀ। ਉਹ ਕਹਿੰਦੇ ਤੁਹਾਡੇ ਜਿਹੜੀ ਕਮਰ ਦੇ ਪੜਾਈ ਦੀ ਹੈ ਉਹ ਜਾ ਰਹੀ ਹੈ। ਉਹ ਮੇਰੇ ਜਿੱਦਾਂ ਮੈਂ ਵਿਸ਼ਵਾਸ ਕੀਤਾ, ਮੈਂ ਤੇ ਯਕੀਨ ਕੀਤਾ, ਉਹ ਤੇ ਮੈਂ ਸਹੀ ਹੋਈ ਆ। ਉਸ ਤੋਂ ਬਾਅਦ ਮੈਂ ਸਹੀ ਹੈ। ਉਸ ਤੋਂ ਬਾਅਦ ਤੁਹਾਡੇ ਬਿਲਕੁਲ ਠੀਕ ਹੈ। ਸਹੀ ਹੈ। ਉਹਦੇ ਬਾਅਦ ਤੁਸੀਂ ਮੋਟਰਸਾਈਕਲ ਚਲਾਇਆ, ਤੁਹਾਨੂੰ ਕੋਈ ਵੀ ਪ੍ਰੋਬਲਮ ਨਹੀਂ ਆਈ। ਨਹੀਂ ਹੈਗੀ।
तो बिल्कुल ठीक वो हो। तो सही है। सब तारीफ करें परमेश्वर की जोर से। ਮੰਮੀ ਔਰ ਪਾਪਾ ਜੀ ਨੂੰ ਜੈਮਸੀ ਦੀ। ਮੇਰਾ ਨਾਮ ਸੋਨੀਆ ਆ, ਮੈਂ ਫਗਵਾੜੇ ਤੋਂ ਆਈ ਆ। ਮੇਰੀ ਗਵਾਹੀ ਹੈ ਮੇਰੀ ਚੰਗਿਆਈ ਦੀ ਕਿ ਮੇਰਾ ਸਿਰ ਬਹੁਤ ਦੁਖਦਾ ਸੀ, ਕਿ 3 ਸਾਲ ਤੋਂ ਮੇਰਾ ਸਿਰ ਬਹੁਤ ਦੁਖਦਾ ਸੀ। ਮੈਂ ਰੋਜ਼ ਗੋਲੀ ਖਾਣੀ ਸਿਰ ਦੀ, ਖਤਮ ਹੋ ਜਾਣੀ। ਮੈਂ ਫਿਰ ਆਪਣੇ ਹਸਬੰਡ ਨੂੰ ਕਹਿਣਾ ਦਵਾਈ ਲਿਆ ਕੇ ਰੱਖੋ ਕਿ ਮੇਰਾ ਸਿਰ ਬਹੁਤ ਦੁਖਦਾ, ਦਵਾਈ ਬਗੈਰ ਮੈਂ ਠੀਕ ਹੀ ਨਹੀਂ ਹੁੰਦੀ ਸੀ। ਮੈਂ ਚੁੰਨੀ ਬੰਨ ਕੇ ਕੰਮ ਕਰਨਾ ਘਰ ਦਾ। ਤੇ ਹੁਣ ਫਿਰ ਮੈਂ ਜਦੋਂ ਪਾਪਾ ਜੀ ਪ੍ਰੋਫੈਸੀ ਕਰਦੇ ਸੀ ਕਿ ਭੈਣਾਂ ਦੇ ਸਿਰ ਦਰਦ ਜਾ ਰਹੇ ਨੇ, ਤੇ ਫਿਰ ਮੈਂ ਰਿਸੀਵ ਕਰਦੀ ਸੀ। ਤੇ ਹੁਣ ਮੈਨੂੰ 2 ਮਹੀਨੇ ਹੋ ਗਏ ਨੇ, ਮੈਂ ਬਿਲਕੁਲ ਠੀਕ ਆ। ਮੈਂ ਕੋਈ ਦਵਾਈ ਨਹੀਂ ਖਾਂਦੀ। ਅਸੀਂ ਦਵਾਈ ਲਿਆਣੀ ਬੰਦ ਕਰਤੀ, ਅਸੀਂ ਬਿਲਕੁਲ ਦਵਾਈ ਨਹੀਂ ਖਾਂਦੇ। ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦੀ ਆ। ਅਸੀਂ ਆਏ ਤਾਂ ਬੱਚਿਆਂ ਨੂੰ ਲੈ ਕੇ ਸੀ ਇੱਥੇ ਕਿ ਸਾਡੇ ਬੱਚੇ ਠੀਕ ਹੋ ਜਾਣ, ਪਰ ਪਰਮੇਸ਼ਵਰ ਨੇ ਸਾਡੀ ਸਾਰੀਆਂ ਦਵਾਈਆਂ ਬੰਦ ਕਰਤੀਆਂ, ਸਾਨੂੰ ਬਿਲकुल ਚੰਗਾ ਕਰ ਦਿੱਤਾ ਆ। सब तारीफ करें परमेश्वर की जोर से, जोर से, जोर से, जोर से तारीफ करें। ਸਾਰਿਆਂ ਨੂੰ ਜੈਮਸੀ ਦੀ, ਮੰਮੀ ਪਾਪਾ ਨੂੰ ਜੈਮਸੀ ਦੀ, ਸਿਸਟਰ ਸੋਫੀਆ ਨੂੰ ਜੈਮਸੀ ਦੀ। ਮੇਰੀ ਗਵਾਹੀ ਇਹ ਹੈ ਕਿ ਮੈਂ ਨਸ਼ੇ ਬਹੁਤ ਕਰਦਾ ਸੀਗਾ ਔਰ 40 ਸਾਲ ਤੋਂ ਮੈਂ ਨਸ਼ੇ ਕਰਦਾ ਸੀਗਾ। ਨਸ਼ਾ ਮੈਂ ਪਹਿਲਾਂ ਸ਼ਰਾਬ ਦਾ ਸ਼ੁਰੂ ਕੀਤਾ, ਉਸ ਤੋਂ ਬਾਅਦ ਮੈਂ ਭੁੱਕੀ ਦਾ ਵੀ ਕਰ ਦਿੱਤਾ। ਭੁੱਕੀ ਦੇ ਕਰਤਾ, ਭੁੱਕੀ ਲੱਭਣੋਂ ਹਟ ਜਾਂਦੀ ਸੀਗੀ ਤੇ ਫਿਰ ਮੈਂ ਉਹ ਚਿੱਟਾ ਵੀ ਖਾ ਲੈਂਦਾ ਸੀਗਾ। ਇਸ ਕਰਕੇ ਕਿ ਨਸ਼ਾ ਕੋਈ ਛੱਡਿਆ ਨਹੀਂ, ਜਿਸ ਕਰਕੇ ਸਾਰੇ ਹੀ ਖਾਂਦਾ ਸੀ। ਪਰ ਮੈਂ 2014 ਦੇ ਵਿੱਚ ਇੱਥੇ ਆਇਆ, ਮੈਂ ਘਰੋਂ ਭੱਜ ਜਾਂਦਾ ਹੁੰਦਾ ਸੀਗਾ। ਇਹਨਾਂ ਦੀ ਵਜ੍ਹਾ ਨਾਲ ਹੀ, ਦੁਸ਼ਟ ਆਤਮਾ ਨਸ਼ੇ ਦੀ ਵਜ੍ਹਾ ਨਾਲ ਘਰੋਂ ਵੀ ਭੱਜ ਜਾਂਦਾ ਹੁੰਦਾ ਸੀਗਾ। ਤੇ ਮੈਂ ਫਿਰ ਮੈਨੂੰ ਕਿਸੇ ਨੇ ਛੱਡ ਕੇ ਜਾਣਾ ਜਾਂ ਕਿਸੇ ਨੇ ਮੈਨੂੰ ਫੜ ਕੇ ਲਿਆਉਣਾ ਤੇ ਮੈਂ ਘਰ ਫੇਰ ਆ ਜਾਣਾ। ਉਸ ਤੋਂ ਬਾਅਦ ਮੈਨੂੰ ਘਰ ਦੇ ਇੱਥੇ ਲਿਆਏ। ਇੱਥੇ ਸਾਡੇ ਇਹਨਾਂ ਨਿਆਣਿਆਂ ਦੀ ਮਾਸੀ ਆਉਂਦੀ ਹੁੰਦੀ ਸੀਗੀ, ਉਹਨਾਂ ਨੇ ਦੱਸਿਆ ਕਿ ਤੁਸੀਂ ਖਾਂਬਰਾ ਚਰਚ ਜਾਓ, ਉੱਥੇ ਠੀਕ ਹੋਣਗੇ। ਇੱਥੇ ਮੈਂ ਆਇਆ, ਮੈਂ ਤੀਜੇ ਸੰਡੇ ਆਇਆ ਸੀਗਾ। ਪਾਪਾ ਜੀ ਨੇ ਪ੍ਰੋਫੈਸੀ ਕੀਤੀ ਕਿ ਇੱਕ ਭਾਈ ਹੈ ਜਿਆਦੀ ਉਮਰ ਦਾ ਆ, ਉਹ ਨਸ਼ਾ ਛੱਡ ਰਿਹਾ ਹੈ, ਨਸ਼ੇ 'ਚ ਬਹੁਤ ਦੁਖੀ। ਤਾਂ ਉਧਰ ਤੋਂ ਲਾ ਕੇ ਮੇਰਾ ਨਾ ਮਤਲਬ ਇੱਕ ਦੂਜੇ ਹਫ਼ਤੇ ਤੋਂ ਲਾ ਕੇ ਮੈਂ ਨਸ਼ਾ ਤਾਂ ਮੈਂ ਉਧਰ ਤੋਂ ਛੱਡ ਦਿੱਤਾ, ਪਰ ਮੈਨੂੰ ਇੰਨਾ ਕੁ ਵੱਡਾ ਹੋ ਗਿਆ ਕਿ ਮੈਂ ਸਾਰੇ ਪੱਖੋਂ ਬਹੁਤ ਸਹੀ ਹੋ ਗਿਆ ਤੇ ਖੁਦਾ ਨੇ ਮੈਨੂੰ ਇੱਥੇ ਖੜੇ ਕੀਤਾ ਆ। ਮੈਂ ਬਹੁਤ ਉਹਦਾ ਧੰਨਵਾਦ ਕਰਦਾ ਕਿ ਤੁਸੀਂ 40 ਸਾਲ ਤੋਂ ਨਸ਼ਾ ਕਰਦੇ 40 ਸਾਲ ਤੋਂ ਪਹਿਲਾਂ ਤੁਸੀਂ ਸ਼ਰਾਬ ਪੀਂਦੇ ਸੀ, ਫਿਰ ਤੁਸੀਂ ਭੁੱਕੀ ਦਾ ਨਸ਼ਾ ਸ਼ੁਰੂ ਕੀਤਾ, ਹਾਂਜੀ। ਫਿਰ ਤੁਸੀਂ ਚਿੱਟਾ ਵੀ ਸ਼ੁਰੂ ਕਰ ਦਿੱਤਾ। ਹਾਂਜੀ ਔਰ ਜਦੋਂ ਤੁਸੀਂ ਨਸ਼ਾ ਕਰਦੇ ਤੁਹਾਡੇ ਪਰਿਵਾਰ 'ਚ, ਤੁਹਾਡੇ ਘਰ 'ਚ ਮਾਹੌਲ ਕੀ ਸੀ ਤੁਹਾਡੇ ਹਾਂ family ਜੀ, ਦਾ? ਕੁਝ ਘਰ ਦੇ ਵਿੱਚ ਤੇ ਜਿਹੜੀ ਲੜਾਈ ਵੀ ਹੁੰਦੀ ਸੀਗੀ, ਪਰ ਬਾਹਰ ਮੈਂ ਜ਼ਿਆਦਾ ਕਰਦਾ ਸੀਗਾ। ਬਾਹਰ ਤੁਸੀਂ ਜ਼ਿਆਦਾ ਲੜਦੇ ਹਾਂ, ਸੀਗੇ? ਬਾਹਰ ਜਦੋਂ ਸ਼ਰਾਬ ਪੀ ਲੈਣੀ ਉਦੋਂ ਬਾਹਰ ਲੜਨਾ ਲੋਕਾਂ ਦੇ ਨਾਲ, ਸਾਰੇ ਪਿੰਡ 'ਚ ਵੀ ਘੁੰਮਣਾ ਫਿਰਨਾ ਤੇ ਸ਼ਾਂਤੀ ਜੀ ਵੀ ਨਹੀਂ ਸੀਗੀ ਕੋਈ। ਔਰ ਤੁਸੀਂ ਲਿਖਿਆ ਕਿ ਤੁਸੀਂ ਸ਼ੁਰੂ ਤੋਂ ਹੀ ਪ੍ਰਭੂ ਦੇ ਵਿੱਚ ਹੋ? ਹਾਂ, ਸ਼ੁਰੂ ਤੋਂ ਮੈਂ ਮਤਲਬ ਕੋਈ ਜਦੋਂ ਮੇਰਾ ਸ਼ਾਦੀ ਹੋਈ ਆ ਉਦੋਂ ਤੋਂ ਮੇਰਾ ਨਿਕਾਹ ਹੈ, ਮੈਂ ਉਦੋਂ ਤੋਂ ਮੈਂ ਆਪਣੇ ਪ੍ਰਭੂ ਵਿੱਚ ਹਾਂ, ਬੌਂਡ ਕ੍ਰਿਸਚਨ ਹੋ ਗਿਆ ਉਦੋਂ ਤੁਸੀਂ ਤੋਂ। ਬੌਰਨ ਕ੍ਰਿਸਚਨ ਹੋ? ਹਾਂਜੀ। ਔਰ ਫਿਰ ਵੀ ਨਸ਼ੇ ਸੀ ਤੁਹਾਡੀ ਲਾਈਫ ਦੇ ਵਿੱਚ? ਔਰ ਤੁਸੀਂ ਲਿਖਿਆ ਕਿ ਤੁਸੀਂ ਘਰੋਂ ਭੱਜ ਜਾਂਦੇ ਸੀ, ਲੋਕ ਤੁਹਾਨੂੰ ਫੜ ਫੜ ਕੇ ਲੈ ਕੇ ਆਉਂਦੇ ਸੀਗੇ? ਹਾਂਜੀ, ਫੜ ਕੇ ਲੈ ਕੇ ਆਉਂਦੇ ਸੀਗੇ, ਬਿਲਕੁਲ ਘਰ ਛੱਡਣ ਆਉਂਦਾ ਸੀ। ਔਰ ਹੁਣ ਕਿੰਨੀ ਦੇਰ ਹੋ ਗਈ ਨਸ਼ਾ ਨਹੀਂ ਕੀਤਾ? ਹਾਂਜੀ, ਹੁਣ ਮੈਨੂੰ ਮਤਲਬ ਦੇਖ ਲਓ, ਮੈਂ 1-1.5 ਮਹੀਨਾ ਬਾਅਦ ਹੀ ਉਦੋਂ ਤੋਂ ਫਰੀ ਆ ਤੇ ਅੱਜ ਤੱਕ ਕੋਈ ਨਸ਼ਾ ਨਹੀਂ, ਕੋਈ ਤੁਸੀਂ 2014 ਤੋਂ ਚਰਚ ਆਏ ਸੀਗੇ? ਹਾਂ, 2000। ਔਰ 1 ਮਹੀਨੇ ਤੋਂ ਬਾਅਦ ਤੁਸੀਂ ਫ੍ਰੀ ਹੋ? ਉਦੋਂ 1 ਮਹੀਨੇ ਬਾਅਦ ਮੈਂ ਫਰੀ ਆ। ਉਹਦੇ ਬਾਅਦ ਕੋਈ ਨਸ਼ਾ ਨਹੀਂ ਕੀਤਾ? ਕੋਈ ਨਸ਼ਾ ਨਹੀਂ ਕੀਤਾ। ਅੱਜ ਕੱਲ ਦੇ ਕਹਿੰਦੇ ਹੁੰਦੇ ਉਹ ਚਾਹ ਦਾ ਨਸ਼ਾ ਨਹੀਂ, ਪਾਣੀ ਵੀ ਅੱਠੀ ਪੈਰੀ ਪੀਤਾ। तारीफ करें परमेश्वर की सब जोर से, जोर से, जोर से, जोर से तारीफ करें। ਸਾਰਿਆਂ ਨੂੰ ਜੈ ਮਸੀਹ ਦੀ, ਸਾਰੀ ਕਲੀਸਿਆ ਨੂੰ ਜੈ ਮਸੀਹ ਦੀ। ਮੇਰਾ ਨਾਮ ਨਰਿੰਦਰਪਾਲ, ਪਿੰਡ ਪੰਡੋਰੀ, ਜ਼ਿਲ੍ਹਾ ਗੁਰਦਾਸਪੁਰ ਹੈ। ਮੈਂ 2003 ਜਾਂ 4 ਤੋਂ ਨਸ਼ਿਆਂ ਦੇ ਵਿੱਚ ਸੀ। ਸਿਰਫ ਇੱਕ ਇੰਜੈਕਸ਼ਨ ਤੋਂ ਬਿਨਾ ਬਾਕੀ ਸਾਰੇ ਨਸ਼ੇ ਮੈਂ ਕੀਤੇ ਤੇ ਮੈਨੂੰ ਆਪਣੇ ਆਪ ਨੂੰ ਫੀਲ ਹੁੰਦਾ ਸੀ ਕਿ ਮੇਰਾ ਕੀ ਬਣੇਗਾ ਅੱਗੇ ਜਾ ਕੇ, ਕਿਉਂਕਿ ਅਜੇ ਤਾਂ ਮੈਂ ਅਨਮੈਰਿਡ ਹਾਂ। ਜਦੋਂ ਮੈਂ ਮੈਰਿਡ ਹੋ ਗਿਆ ਉਦੋਂ ਕੀ ਬਣੇਗਾ। ਤਾਂ 2014 ਨਵੰਬਰ ਦੇ ਵਿੱਚ ਮੈਨੂੰ ਪਰਮੇਸ਼ਰ ਬਾਰੇ ਪਤਾ ਲੱਗਾ ਤਾਂ ਚਰਚ ਜਾਣਾ ਸ਼ੁਰੂ ਕੀਤਾ, ਪਰ ਬਕਾਇਦਾ ਚਰਚ ਜਾ ਕੇ ਵੀ ਮੈਂ ਨਸ਼ਾ ਕਰਦਾ ਰਿਹਾ। ਤਾਂ 2015 ਦੇ ਵਿੱਚ ਅਪ੍ਰੈਲ ਦੇ ਵਿੱਚ ਮੈਂ ਬਪਤਿਸਮਾ ਲਿਆ। ਜਿਸ ਦਿਨ ਤੋਂ ਮੈਂ ਬਪਤਿਸਮਾ ਲਿਆ ਉਸ ਦਿਨ ਤੋਂ ਲੈ ਕੇ ਅੱਜ ਤੱਕ ਮੈਂ ਨਸ਼ੇ ਤੋਂ ਪੂਰਾ ਆਜ਼ਾਦ ਹਾਂ। ਤੁਸੀਂ ਲਿਖਿਆ ਕਿ ਸਿਰਫ ਤੁਸੀਂ ਟੀਕੇ ਨੂੰ ਛੱਡ ਕੇ, ਤੁਸੀਂ ਲਿਖਿਆ ਤੁਸੀਂ ਸਿਗਰਟ, ਬੀੜੀ, ਤੰਬਾਕੂ, ਭੰਗ, ਭੁੱਕੀ, ਅਫੀਮ, ਜੋ ਕੁਝ ਮਿਲਦਾ ਸੀ ਸਾਰਾ ਨਸ਼ਾ ਕਰਦੇ ਸੀਗੇ? ਹਾਂਜੀ। ਔਰ 15-16 ਸਾਲ ਤੋਂ? ਹਾਂਜੀ, 15-16 ਸਾਲ ਤੋਂ। ਹਾਂਜੀ। ਔਰ ਹੁਣ ਤੁਸੀਂ 1.5 ਸਾਲ ਤੋਂ ਫ੍ਰੀ ਹੋ ਪੂਰੀ ਤਰ੍ਹਾਂ? ਬਿਲਕੁਲ, ਕੋਈ ਨਸ਼ਾ ਨਹੀਂ ਕੀਤਾ ਤੁਸੀਂ? ਮੈਨੂੰ ਤਾਂ ਆਪਣੇ ਆਪ 'ਚ ਹੈਰਾਨਗੀ ਹੁੰਦੀ ਮੈਂ ਕਿੱਦਾਂ ਛੱਡ ਗਿਆ ਨਸ਼ੇ। तारीफ करें परमेश्वर के सब जोर से।
मेरा नाम दीपक है। मैं आबादपुरे से आया हूँ। मैं नशा करता था, दारू भी पी लेता था और कभी कभी तम्बाकू और गुटखे डेली खाता था। फिर क्या हुआ कि इधर आने लगा तो फिर मैं छोड़ दिया था, तम्बाकू और गुटखे सारे छोड़ दिया था। फिर मेरे को 6 महीने के बाद कितने फिर कितने साल से आप नशा करते थे? मेरे को 10 साल से नशा करता था। आप 10 साल से नशा करते थे, तंबाकू, सिगरेट, गुटखे। हाँ जी। और जब आप नशा करते थे आपने लिखा कि आपके घर में लड़ाई होती थी, झगड़ा होता था। हाँ जी, हाँ जी। फिर और जो आप पैसे कमाते थे वो कुछ तो मैं घर देता था, फिर बाकी फिर नशे में फिर हो जाता। और आप अभी कितनी देर से आजाद है नशे से? 1 साल पूरे हो गए। 1 साल पूरा हो गया, आप बपतिस्मा ले चुके हैं। हाँ जी, हाँ जी। 1 साल से आपने कोई नशा नहीं किया? नहीं किया। आप सभी नशे छोड़ चुके हैं। हाँ जी। तारीफ करें परमेश्वर की सब जोर से। हालेलुया। मम्मी पापा ਨੂੰ ਜੈ ਮਸੀਹ ਦੀ, ਪਾਸਟਰ ਤੁਲਸੀ, ਸਾਰੀ ਕਲੀਸਿਆ ਨੂੰ ਜੈ ਮਸੀਹ ਦੀ। ਮੇਰਾ ਨਾਮ ਮੁਨੀਸ਼ਾ, ਮੈਂ ਇਟਲੀ ਤੋਂ ਆਇਆ। ਮੇਰੀ ਗਵਾਹੀ ਮੇਰੀ ਲਾਈਫ ਦੀ ਹੈ ਕਿ ਕਿੱਦਾਂ ਪਰਮੇਸ਼ਰ ਨੇ ਆਪਣੇ ਦਾਸ ਦੇ ਜ਼ਰੀਏ ਮੈਨੂੰ ਚੇਂਜ ਕੀਤਾ। ਮੈਨੂੰ ਤਕਰੀਬਨ 12-13 ਸਾਲ ਹੋ ਗਏ ਉੱਥੇ ਰਹਿੰਦੇ ਨੂੰ। ਮੈਂ ਛੋਟਾ ਜਿਹਾ ਸੀ ਜਦੋਂ ਗਿਆ ਸੀਗਾ ਤੇ ਮੇਰਾ ਫਰੈਂਡ ਸਰਕਲ ਤਕਰੀਬਨ ਇਟਾਲੀਅਨ ਲੋਕ, ਮੁੰਡਾ ਕੁੜੀਆਂ ਨਾਲ ਸੀਗਾ ਤੇ ਅਸੀਂ ਵੀਕਐਂਡ ਤੇ ਤਕਰੀਬਨ ਜ਼ਿਆਦਾਤਰ ਅਸੀਂ ਪੱਬ ਵਗੈਰਾ ਜਾਂ ਡਿਸਕੋ ਵਗੈਰਾ ਜਾਂਦੇ ਹੁੰਦੇ ਸੀ ਦੁਨੀਆ ਸਾਰੇ ਫਰੈਂਡਸ ਨਾਲ। ਤੇ ਉਦੋਂ ਤੋਂ ਹੀ ਅਸੀਂ ਡਰਿੰਕਸ ਵਗੈਰਾ ਸਾਰਾ ਸ਼ੁਰੂ ਕਰ ਦਿੱਤਾ ਤੇ ਗਲਤ ਰਿਲੇਸ਼ਨ ਸੀਗੇ। ਤੇ ਕੁਛ ਇਦਾਂ ਦਾ ਸਮਾਂ ਆ ਗਿਆ ਪਿੱਛੇ 2014 ਵਿੱਚ ਕਿ ਮੈਨੂੰ ਮੇਰੇ ਸਾਰੇ ਫਰੈਂਡਸ ਤਕਰੀਬਨ ਮੈਨੂੰ ਛੱਡ ਗਏ ਸੀਗੇ ਤੇ ਮੈਂ ਇਕੱਲਾ ਰਹਿ ਗਿਆ ਸੀਗਾ ਤੇ ਬਹੁਤ ਜ਼ਿਆਦਾ ਸਾਡੇ ਘਰ ਵਿੱਚ ਕਲੇਸ਼ ਰਹਿੰਦਾ ਸੀ ਇਸੇ ਸਾਰੇ ਰਿਲੇਸ਼ਨਸ ਕਰਕੇ। ਮੈਂ ਆਪਣੀ ਮਮ ਘਰਦਿਆਂ ਦੀ ਸੁਣਦਾ ਨਹੀਂ ਹੁੰਦਾ ਸੀਗਾ। ਤਕਰੀਬਨ ਮੈਂ 2-2 ਦਿਨ 3-3 ਦਿਨ ਘਰੋਂ ਬਾਹਰ ਰਹਿੰਦਾ ਹੁੰਦਾ ਸੀਗਾ ਤੇ ਫਿਰ ਸਾਰੇ ਮੈਨੂੰ ਛੱਡ ਕੇ ਮੈਂ ਤੇ ਸਾਰੇ ਕਿਸੇ ਤੋਂ ਸੁਣਿਆ ਸੀਗਾ ਕਿ ਇੰਡੀਆ ਵਿੱਚ ਦਾਸ ਹੈ ਪਰਮੇਸ਼ਰ ਦੇ ਤੇ ਮੈਂ YouTube ਤੇ ਬਚਨ ਸੁਣਨਾ ਸ਼ੁਰੂ ਕੀਤਾ। ਹੌਲੀ ਹੌਲੀ ਜਿੱਦਾਂ ਪਰਮੇਸ਼ਰ ਦਾ ਬਚਨ ਕਹਿੰਦਾ ਸੀ ਮੈਂ ਆਪਣੀ ਲਾਈਫ ਨੂੰ ਚੇਂਜ ਕੀਤਾ ਤੇ ਅੱਜ ਪਰਮੇਸ਼ਰ ਨੇ ਮੈਨੂੰ ਇੰਨਾ ਬਲੈਸ ਕੀਤਾ ਕਿ ਪਰਮੇਸ਼ਰ ਮੈਨੂੰ ਇਟਲੀ ਵਿੱਚ ਵੀ ਇਸਤੇਮਾਲ ਕਰ ਰਿਹਾ ਤੇ ਮੈਂ ਇੱਥੇ ਸਿਰਫ ਮੇਰਾ ਆਉਣ ਦਾ ਹੀ ਮਕਸਦ ਸੀ ਕਿ ਮੈਂ ਆਪਣੀ ਗਵਾਹੀ ਦੱਸ ਸਕਾਂ ਸਾਰਿਆਂ ਨੂੰ। ਜੈ ਮਸੀਹ। ਔਰ ਤੁਸੀਂ ਲਿਖਿਆ ਕਿ ਤੁਸੀਂ YouTube ਦੇ ਵਿੱਚ ਉਹਦੀ ਤੁਸੀਂ ਸ਼ੁਰੂ ਕੀਤਾ ਹੀ ਦੇਖਣਾ, ਵਚਨ ਸੁਣਨਾ ਸ਼ੁਰੂ ਕੀਤਾ। ਹਾਂਜੀ ਬਸ। ਔਰ ਜਿੱਦਾਂ ਤੁਸੀਂ ਵਚਨ ਨੂੰ ਸੁਣਨਾ ਸ਼ੁਰੂ ਕੀਤਾ ਤੁਹਾਡੀ ਲਾਈਫ ਚੇਂਜ ਹੋਣੀ ਸ਼ੁਰੂ ਹੋ ਗਈ। ਹਾਂਜੀ ਬਸ। ਔਰ ਉਹਦੇ ਬਾਅਦ ਤੁਸੀਂ ਇੰਡੀਆ ਆਏ, ਤੁਸੀਂ ਇੱਥੇ ਆ ਕੇ ਬਪਤਿਸਮਾ ਲੈ ਕੇ ਗਏ ਵਾਪਸ। ਹਾਂਜੀ ਮੈਂ ਪਿਛਲੇ ਸਾਲ ਆਇਆ ਸੀਗਾ ਤੇ ਸਿਰਫ 8 ਸਾਲ ਬਾਅਦ ਚ ਮੈਂ ਆਇਆ ਸੀ ਤੇ ਸਿਰਫ 1-1.5 ਹਫ਼ਤੇ ਬਾਅਦ ਸਿਰਫ ਬਪਤਿਸਮਾ ਲੈਣ ਵਾਸਤੇ। ਔਰ ਇਸ ਵਾਰ ਤੁਸੀਂ ਆਏ ਆਪਣੀ ਗਵਾਹੀ ਦੇਣ ਦੇ ਲਈ। ਔਰ ਹੁਣ ਕਿੰਨੀ ਦੇਰ ਹੋ ਗਈ ਤੁਸੀਂ ਨਸ਼ਾ ਛੱਡ ਚੁੱਕੇ ਹੋ, ਪੂਰੀ ਸੁਸਾਇਟੀ ਛੱਡ ਚੁੱਕੇ ਹੋ? ਤਕਰੀਬਨ 1.5 ਸਾਲ ਹੋ ਗਏ ਚੁੱਕਾ। 1.5 ਸਾਲ ਤੋਂ? ਹਾਂਜੀ। ਜਿਹੜਾ ਤੁਹਾਡਾ ਕੋਈ ਗਲਤ ਰਿਲੇਸ਼ਨ ਨਹੀਂ ਹੈ, ਤੁਸੀਂ ਕੋਈ ਨਸ਼ਾ ਨਹੀਂ ਕਰਦੇ। ਉਹ ਤੁਹਾਡੀ ਫੈਮਿਲੀ ਦਾ ਕਿੱਦਾਂ ਹੈ? ਤੁਹਾਡੀ ਫੈਮਿਲੀ ਚ ਤੁਹਾਡੀ ਆਪਸ ਦੇ ਵਿੱਚ? ਹੁਣ ਫੈਮਿਲੀ ਵਿੱਚ ਬਹੁਤ ਸਾਡੀ ਅਸੀਂ ਪ੍ਰੇਮ ਨਾਲ ਰਹਿੰਦੇ, ਰੋਜ਼ ਮੀਟਿੰਗ ਕਰੀਦੀ, ਘਰ ਅਸੀਂ ਬੈਠ ਕੇ ਪਰਮੇਸ਼ਰ ਦੇ ਨਾਮ ਨੂੰ ਜਲਾਲ ਦਈਦਾ। सब तारीफ करेंगे परमेश्वर के लिए जोर से। ਹਾਲੇਲੂਇਆ। ਮੈਂ ਵਾਣਾ ਤੋਂ ਆਈ ਆ। ਮੇਰੀ ਗਵਾਹੀ ਐਕਸੀਡੈਂਟ ਦੀ ਆ। ਮੇਰਾ ਨਾਮ ਕਿਰਨ ਆ ਔਰ ਸਾਡੀ ਆਪਣੀ ਸ਼ੌਪ ਆ। ਮੇਰੇ ਪਤੀ ਦਾ ਐਕਸੀਡੈਂਟ ਹੋਇਆ ਸੀਗਾ 20 ਦਸੰਬਰ ਨੂੰ ਔਰ ਰਾਤ ਨੂੰ 20 ਦਸੰਬਰ ਨੂੰ ਗੱਡੀਆਂ ਕਰਾ ਕੇ ਜਾ ਰਹੇ ਸੀਗੇ, ਟਰਾਲੀਆਂ ਜਿਹੜੀਆਂ ਬਸ਼ਾਰਤ ਲਈ ਜਾਣੀਆਂ ਸੀਗੀਆਂ। ਉਹ 12 ਵਜੇ ਖਾਂਬਰੇ ਚਰਚ ਤੋਂ ਜੋ ਵਾਪਸ ਜਾ ਰਹੇ ਸੀਗੇ ਔਰ ਨਾਨਕਸਰ ਲਾਂਬੜੇ ਲਾਗੇ ਉਹਨਾਂ ਦਾ ਐਕਸੀਡੈਂਟ ਹੋ ਗਿਆ। ਟਰਾਲਾ ਪਿੱਛੇ ਗੱਡੀ ਦੇ ਲੱਗਾ ਔਰ ਇੰਨਾ ਜ਼ਬਰਦਸਤ ਟਰਾਲਾ ਲੱਗਾ ਕਿ ਉਹਨਾਂ ਦੀ ਗੱਡੀ ਦੀਆਂ 3 ਪਲਟੀਆਂ ਲੱਗ ਗਈਆਂ। ਔਰ ਜਦੋਂ 3 ਪਲਟੀਆਂ ਲੱਗ ਗਈਆਂ ਤੇ ਇਹ ਇੱਕਦਮ ਬੇਹੋਸ਼ ਹੋ ਗਏ ਔਰ ਕਹਿੰਦੇ ਕਿ ਮੈਨੂੰ ਅੱਧੇ ਘੰਟੇ ਬਾਅਦ ਜਦੋਂ ਹੋਸ਼ ਆਈ ਔਰ ਮੈਂ ਦੇਖਿਆ ਕਿ ਮੈਂ ਗੱਡੀ ਦੀ ਛੱਤ ਉੱਤੇ ਬੈਠਾ ਹੋਇਆ ਸੀਗਾ। ਜਦੋਂ ਮੂਦੀ ਹੋ ਗਈ ਔਰ ਗੱਡੀ ਦੀ ਛੱਤ ਉੱਤੇ ਬੈਠਾ, ਕਹਿੰਦੇ ਮੈਨੂੰ ਇਦਾਂ ਲੱਗਦਾ ਜਿੱਦਾਂ ਮੈਂ ਸਵਰਗ ਵਿੱਚ ਬੈਠਾ ਹੋਇਆ ਆ। ਔਰ ਜਦੋਂ ਕਹਿੰਦੇ ਕਿ ਮੈਨੂੰ ਹੋਸ਼ ਆਈ ਤੇ ਮੈਂ ਦੇਖਿਆ ਕਿ ਮੇਰੀ ਗੱਡੀ ਦਾ ਪਿਛਲਾ ਸ਼ੀਸ਼ਾ ਟੁੱਟ ਗਿਆ ਸੀਗਾ ਔਰ ਸਾਰੀ ਗੱਡੀ ਪਿਛਲੀ ਡਿੱਗੀ ਵੀ ਸਾਰੀ ਟੁੱਟ ਗਈ ਸੀਗੀ। ਔਰ ਮੈਂ ਜਦੋਂ ਹੋਸ਼ ਕੀਤੀ ਮੈਂ ਉੱਠਿਆ, ਮੈਂ ਪ੍ਰਭੂ ਯਿਸੂ ਦਾ ਧੰਨਵਾਦ ਕੀਤਾ। ਜਦੋਂ ਕਹਿੰਦਾ ਉੱਠਿਆ ਮੈਂ ਉੱਠ ਕੇ ਲੱਤ ਮਾਰੀ, ਮੋਰਲਾ ਵੀ ਸ਼ੀਸ਼ਾ ਤੋੜ ਦਿੱਤਾ ਔਰ ਮੈਨੂੰ ਕੋਈ ਵੀ ਬਾਹਰ ਨਹੀਂ ਸੀ ਕੱਢ ਰਿਹਾ। ਮੈਨੂੰ ਇਹ ਸੋਚਦਾ ਸੀਗਾ ਕਿ ਪਰਮੇਸ਼ਰ ਹੁਣ ਮੈਨੂੰ ਬਾਹਰ ਕੌਣ ਕੱਢੇਗਾ। ਔਰ ਜਦੋਂ ਮੈਂ ਘਰ ਵਿੱਚ ਆਪਣੇ ਬੱਚਿਆਂ ਨਾਲ ਜਦੋਂ ਮੈਨੂੰ ਪਤਾ ਲੱਗਾ ਕਿ 12:30 ਹੋ ਗਏ ਆ ਤੇ ਘਰ ਨਹੀਂ ਆਏ ਔਰ ਮੈਂ ਪ੍ਰੇਅਰ ਕਰਨੀ ਸ਼ੁਰੂ ਕੀਤੀ, ਮੈਨੂੰ ਆਤਮਾ ਦੁਆਰਾ ਲੱਗਾ ਕਿ ਉਹ ਗੱਡੀ ਵਿੱਚ ਫਸੇ ਹੋਏ, ਉਹਨੂੰ ਕੋਈ ਸਹਾਇਤਾ ਦੀ ਲੋੜ ਆ, ਕੋਈ ਕੱਢ ਨਹੀਂ ਰਿਹਾ ਗੱਡੀ ਚੋਂ। ਔਰ ਮੈਂ 2 ਸ਼ਬਦ ਬੋਲੇ ਕਿ ਪਰਮੇਸ਼ਰ ਤੁਹਾਡੇ ਦਾਸ ਕਹਿੰਦੇ ਹੁੰਦੇ ਆ ਕਿ ਤੁਹਾਡੇ ਹੈਲਪਰ ਆਉਣਗੇ ਸਵਰਗ ਤੋਂ। ਔਰ ਮੈਂ ਜਦੋਂ ਪ੍ਰਾਰਥਨਾ ਕੀਤੀ ਸੱਚਮੁੱਚ ਇਦਾਂ ਹੀ ਹੋਇਆ। ਕਹਿੰਦੇ ਮੈਨੂੰ ਇਦਾਂ ਲੱਗਾ ਕਿ ਜਿੱਦਾਂ ਮੈਨੂੰ ਜੋਸ਼ ਮਿਲਿਆ, ਮੈਨੂੰ ਤਾਕਤ ਮਿਲੀ। ਕਹਿੰਦਾ ਮੈਂ ਇੱਕਦਮ ਉੱਠਿਆ, ਸ਼ੀਸ਼ਾ ਤੋੜ ਕੇ ਬਾਹਰ ਨਿਕਲ ਗਿਆ। ਔਰ ਤੁਹਾਡੇ ਪਤੀ ਬਿਲਕੁਲ ਠੀਕ ਆ, ਉਹਨਾਂ ਨੂੰ ਕੋਈ ਸੱਟ ਨਹੀਂ ਲੱਗੀ? ਕੋਈ ਸੱਟ ਨਹੀਂ। 3 ਪਲਟੀਆਂ ਲੱਗੀਆਂ ਗੱਡੀ ਦੀ 3 ਪਲਟੀਆਂ? ਹਾਂਜੀ ਹਾਂਜੀ। ਉਹ ਬਿਲकुल ठीक है, बिल्कुल ठीक और है, कोई सट नहीं लगी, कोई खरोच नहीं लगी। तारीफ करी, ये तारीफ नहीं है, ये तारीफ नहीं है। जोर से ਤੁਸੀਂ ਕਿਹਾ ਕਿ ਤੁਸੀਂ ਉਸ ਟਾਈਮ ਕਿਹਾ ਕਿ ਜੋ ਪਰਮੇਸ਼ਰ ਦੇ ਦਾਸ ਕਹਿੰਦੇ ਆ ਕਿ ਮੌਤ ਦੀ ਜਿਹੜੀ ਮੌਤ ਤੁਹਾਡਾ ਹਿੱਸਾ ਨਹੀਂ ਹੈ। ਹਾਂਜੀ। ਤੁਸੀਂ ਉਹ ਸ਼ਬਦਾਂ ਨੂੰ ਗ੍ਰਹਿਣ ਕੀਤਾ, ਉਹ ਬੋਲੇ ਆਪਣੇ। ਹਾਂਜੀ ਹਾਂਜੀ।
ਔਰ ਉਹਦੇ ਬਾਅਦ ਉਹਨਾਂ ਨੂੰ ਤਾਕਤ ਆਈ, ਉਹਨੇ ਸ਼ੀਸ਼ਾ ਤੋੜ ਦਿੱਤਾ ਹਾਂਜੀ, ਔਰ ਉਹ ਖੁਦ ਬਾਹਰ आ गए ਉਹ ਖੁਦ ਬਾਹਰ ਆ और ਗਏ, उन्हें कोई सट नहीं ਉਹਨਾਂ लगी। ਨੂੰ ਕੋਈ ਸੱਟ ਨਹੀਂ ਲੱਗੀ। तारीफ करें परमेश्वर की, ये तारीफ नहीं है, जोर से तारीफ करें, जोर से। ਮੰਮੀ ਪਾਪਾ ਨੂੰ ਮੇਰੇ ਵੱਲੋਂ ਪਿਆਰ ਭਰੀ ਜੈ ਮਸੀਹ ਦੀ। ਆਏ ਹੋਏ ਸਾਰੇ ਮਸੀਹ ਪਰਿਵਾਰ ਨੂੰ ਮੇਰੇ ਵੱਲੋਂ ਜੈ ਮਸੀਹ ਦੀ। ਮੇਰਾ ਨਾਮ ਸੁਰਿੰਦਰ ਬਾਲ ਆ, ਮੈਂ ਜਲੰਧਰ ਗੈਂਦੀ ਕੈਂਪ ਤੋਂ ਆਇਆ ਵਾਂ ਤੇ ਮੇਰੀ ਗਵਾਹੀ ਹੈ ਕਿ ਮੇਰੇ ਗਲੇ ਦੇ ਵਿੱਚ ਨਾ ਕੁਝ ਗਿਲਟੀਆਂ ਟੈਪ ਹੋ ਗਿਆ ਸੀ ਬਹੁਤ ਦੇਰ ਤੋਂ, 40 ਸਾਲ ਹੋ ਚਲੇ ਨੇ ਇਸ ਗੱਲ ਨੂੰ, ਤੇ ਮੈਂ ਬੜਾ ਪਰੇਸ਼ਾਨ ਸੀਗਾ। ਕਈ ਵਾਰੀ ਜਦੋਂ ਉਸ ਨੂੰ ਮੈਂ ਦਬਦਾ ਸੀ ਤੇ ਮੇਰਾ ਮੂੰਹ ਖੁੱਲੇ ਦਾ ਖੁੱਲਾ ਹੀ ਰਹਿ ਜਾਂਦਾ ਸੀਗਾ, ਲੇਕਿਨ ਮੈਂ ਘਰਦਿਆਂ ਨੂੰ ਦੱਸਿਆ ਨਹੀਂ ਸੀ ਕਦੀ ਵੀ, ਨਾ ਹੀ ਉਹਨਾਂ ਨੂੰ ਮੈਂ ਕੁਝ ਕਿਹਾ ਸੀ, ਕਿਉਂਕਿ ਮੈਂ ਕਿਹਾ ਜੇ ਇਹਨਾਂ ਨੂੰ ਦੱਸਾਂਗੇ ਇਹਨਾਂ ਨੇ ਕਹਿਣਾ ਆਪਰੇਸ਼ਨ ਕਰਵਾ ਲਓ। ਤੇ ਅੱਜ ਤੋਂ ਜਾਣੀ ਕਿ 40 ਸਾਲ ਪਹਿਲਾਂ ਮੈਂ ਆਪਰੇਸ਼ਨ ਕਰਵਾ ਚੁੱਕਿਆ ਸੀ ਇੱਕ ਸਾਈਡ ਤੋਂ, ਤੇ ਦੂਜੀ ਸਾਈਡ ਤੇ ਫਿਰ ਹੋ ਗਈ ਲੈਫਟ ਸਾਈਡ ਤੇ ਮੈਂ ਇਦਾਂ ਹੀ ਬਸ ਵਿੱਚੇ ਘੁੱਟਦਾ ਰਿਹਾ, ਮੈਂ ਕਿਹਾ ਚਲੋ ਕੋਈ ਗੱਲ ਨਹੀਂ। ਤੇ ਮੈਂ ਉਦਾਂ ਮੈਂ ਚਰਚ 2004 ਤੋਂ ਆਉਂਦਾ ਰਿਹਾ ਮੈਂ ਪਰਮੇਸ਼ਰ ਦੇ ਘਰ ਦੇ ਵਿੱਚ, ਲੇਕਿਨ ਪਿੱਛੇ ਜੀ ਮੈਂ ਕੁਝ ਪਰੇਸ਼ਾਨ ਹੋ ਗਿਆ ਤੇ ਕਰਕੇ ਮੇਰੇ ਵਾਈਫ ਠੀਕ ਨਹੀਂ ਸੀਗੇ ਤੇ ਮੈਂ ਚਰਚ ਜਾਣਾ ਛੱਡਤਾ ਤੇ ਮੈਂ ਨਸ਼ੇ ਵੀ ਕਰਨ ਲੱਗ ਗਿਆ ਸੀਗਾ ਤੇ ਮੈਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਹੋ ਗਈ। ਤੇ ਮੇਰੀ ਵਾਈਫ ਮੈਨੂੰ ਕਹਿੰਦੀ ਸੀ ਵੀ ਤੁਸੀਂ ਪ੍ਰਭੂ ਦਾ ਨਾਮਦਾਨ ਲੈ ਕੇ ਤੇ ਬਪਤਿਸਮਾ ਲੈ ਕੇ ਤੁਸੀਂ ਕਿਹੜੇ ਕੰਮਾਂ 'ਚ ਪੈ ਗਏ ਹੋ, ਤੇ ਲੋਕੀ ਕੀ ਕਹਿਣਗੇ, ਤੇਰਾ ਤਾਂ ਨਹੀਂ ਕੁਝ ਜਾਣਾ ਲੇਕਿਨ ਪ੍ਰਭੂ ਦਾ ਨਾਮ ਬਦਨਾਮ ਹੋਣਾ ਹੈ। ਤੇ ਮੈਂ ਨਸ਼ਾ ਕਰਦਾ ਲੇਕਿਨ ਡਰਦਾ ਸੀਗਾ, ਮੈਂ ਕਿਹਾ ਪ੍ਰਭੂ ਪਤਾ ਨਹੀਂ ਮੈਂ ਕੀ ਕਰ ਰਿਹਾ, ਮੈਨੂੰ ਸਮਝ ਨਹੀਂ ਆ ਰਹੀ। ਲੇਕਿਨ ਮੇਰੀ ਵਾਈਫ ਇੱਥੇ ਆਉਂਦੀ ਸੀ, ਮੇਰੇ ਬੱਚੇ ਵੀ ਆਉਂਦੇ ਸੀਗੇ, ਲੇਕਿਨ ਮੈਂ ਇਹ ਸੋਚਦਾ ਸੀ ਮੈਂ ਕਿ ਉਹਨਾਂ ਨੂੰ ਵੀ ਕੋਈ ਪ੍ਰੋਬਲਮ ਸੀਗੀ, ਉਹ ਤਾਂ ਇੱਥੇ ਆਉਣ ਲੱਗ ਗਏ ਕਿਸੇ ਹੋਰ ਚਰਚ ਛੱਡ ਕੇ। ਤੇ ਉਹ ਜਦੋਂ ਇੱਥੇ ਆਉਣ ਲੱਗ ਗਏ ਤੇ ਉਹਨਾਂ ਨੂੰ ਪ੍ਰੋਬਲਮ ਸੀ, ਉਹ ਖਾਣਾ ਨਹੀਂ ਸੀ ਖਾਂਦੇ, ਉਹਨਾਂ ਨੇ ਤਾਂ ਚਰਚ ਛੱਡਤੀ ਸੀ ਦੂਸਰੀ। ਤੇ ਜਿੱਦਾਂ ਹੀ ਇੱਥੇ ਆਉਣਾ ਸ਼ੁਰੂ ਕੀਤਾ ਤੇ ਮੈਂ ਕਿਹਾ ਇਹ ਉੱਥੇ ਬਹਿ ਨਹੀਂ ਸਕਦੇ, ਇਹਨਾਂ ਦੂਜੇ ਐਤਵਾਰ ਭੱਜ ਜਾਣਾ ਉੱਥੋਂ। ਤੇ ਮੈਂ ਦੇਖਿਆ ਇਹ ਉਸ ਐਤਵਾਰ ਗਏ ਜਦੋਂ, ਤੇ ਦੂਜੇ ਸੰਡੇ ਗਏ, ਮੈਨੂੰ ਕਹਿੰਦੇ ਤੁਸੀਂ ਵੀ ਚਲੋ, ਉੱਥੇ ਬਹੁਤ ਜ਼ਿਆਦਾ ਆਸ਼ੀਸ਼ ਹੈ ਪ੍ਰਭੂ ਦੀ। ਮੈਂ ਕਿਹਾ ਮੈਂ ਕੀ ਕਰਨਾ ਜਾ ਕੇ, ਮੈਂ ਕਿਹਾ ਜੇ ਤੂੰ ਹੀ ਨਹੀਂ ਠੀਕ ਤਾਂ ਮੈਂ ਕੀ ਕਰਨਾ। ਤੇ ਕਹਿੰਦੇ ਨਹੀਂ ਜੇ ਆਹ ਗੱਲ ਹੈ ਤੇ ਕਹਿੰਦੀ ਫਿਰ ਅਗਲੇ ਸੰਡੇ ਤੂੰ ਜਾਣਾ ਹੀ ਜਾਣਾ, ਜੋ ਮਰਜ਼ੀ ਹੋ ਜਾਏ। ਤੇ ਇਹ ਮੇਰੇ ਵਾਸਤੇ ਦੁਆ ਕਰਦੇ ਸੀ ਤੇ ਪਰਮੇਸ਼ਰ ਦੇ ਦਾਸ ਪਾਸਟਰ ਜੀ ਨੇ ਇੱਥੇ ਪ੍ਰੇਅਰ ਕੀਤੀ ਸੀਗੀ ਕਿ ਜਿਹੜੇ ਪਰੇਸ਼ਾਨ ਨੇ, ਜਿਹੜੇ ਖਾਣਾ ਨਹੀਂ ਖਾਂਦੇ, ਤਾਂ ਉਹ ਅੱਜ ਬਿਲਕੁਲ ਆਜ਼ਾਦ ਹੋਣਗੇ, ਠੀਕ ਹੋਣਗੇ। ਮੇਰੀ ਪਤਨੀ ਜਿੱਦਾਂ ਹੀ ਘਰੇ ਆਈ ਮੈਨੂੰ ਖੁਸ਼ੀ ਦੇ ਨਾਲ ਉਹਨੇ ਜਿੱਦਾਂ ਦੇਖਿਆ, ਕਹਿੰਦੀ ਮੈਂ ਅੱਜ ਬਹੁਤ ਖੁਸ਼ ਹਾਂ, ਅੱਜ ਪਰਮੇਸ਼ਰ ਦੇ ਦਾਸ ਨੇ ਦੁਆ ਕੀਤੀ ਹੈ। ਤੇ ਉਹ ਉਸੇ ਦਿਨ ਉਹਨੇ ਰੱਜ ਕੇ ਖਾਣਾ ਖਾਧਾ, ਜਿਹੜਾ ਕਿ ਉਹ ਕਦੀ ਇੱਕ ਰਸ ਖਾਂਦੀ ਸੀਗੀ, ਉਹਦੇ ਨਾਲ ਢਿੱਡ ਸਾਰਾ ਦਿਨ ਉਹ ਕੱਢ ਦਿੰਦੀ ਸੀਗੀ। ਉਹਨੇ ਰੱਜ ਕੇ ਖਾਣਾ ਖਾਧਾ, ਮੈਂ ਆਪਣੇ ਹੱਥੀਂ ਖਵਾਇਆ ਸੀ ਉਹਨੂੰ ਖਾਣਾ। ਤੇ ਮੈਂ ਪਰਮੇਸ਼ਰ ਦਾ ਧੰਨਵਾਦ ਕਰਦਾ ਹਾਂ ਕਿਉਂਕਿ ਮੈਂ ਉਹ ਦਿਨ ਦੇਖਿਆ ਤੇ ਮੈਨੂੰ ਫਿਰ ਵੀ ਸਮਝ ਨਹੀਂ ਆਈ। ਮੈਂ ਫਿਰ 2 ਹਫ਼ਤੇ 3 ਹਫ਼ਤੇ ਕੱਢਤੇ ਏਦਾਂ ਹੀ। ਤੇ ਮੁੜ ਕੇ ਫਿਰ ਮੈਂ ਇੱਥੇ ਜਦੋਂ ਮੇਰੇ ਘਰ ਦੇ ਕਹਿੰਦੇ ਇੱਕ ਵਾਰੀ ਚਲੋ ਤੁਸੀਂ, ਤੇ ਤੁਸੀਂ ਬਿਲਕੁਲ ਠੀਕ ਹੋ ਜਾਣਾ, ਕਿਉਂਕਿ ਮੇਰੇ ਨਸ਼ਿਆਂ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਸੀਗੇ। ਤੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ, ਮੈਂ ਕਿਹਾ ਜੇ ਆਹ ਠੀਕ ਹੋ ਗਈ ਹੈ ਤੇ ਮੈਂ ਕਿਹਾ ਮੈਨੂੰ ਕੀ ਪ੍ਰੋਬਲਮ ਹੈ, ਮੈਂ ਕਿਹਾ ਮੇਰੇ ਨਸ਼ੇ ਤਾਂ ਪ੍ਰਭੂ ਚੁਟਕਿਆਂ 'ਚ ਹੀ ਛਡਾ ਦੂਗਾ। ਤੇ ਜਿੱਦਾਂ ਹੀ ਮੈਂ ਚਰਚ 'ਚ ਆਇਆ, ਪਰ ਉਸ ਤੋਂ ਪਹਿਲਾਂ ਮੈਂ ਕਿਹਾ ਮੈਂ ਜਾਊਂਗਾ ਉਦੋਂ ਜਦੋਂ ਬਿਲਕੁਲ ਠੀਕ ਹੋ ਜਾਊਗਾ। ਇੱਥੇ ਆਉਣ ਤੋਂ ਪਹਿਲਾਂ ਇੱਕ ਬੈਕ ਸਾਈਡ ਤੇ ਚਰਚ ਹੈਗੀ ਪਾਸਟਰ ਜੀ ਘਰ ਦੇ। ਤੁਸੀਂ ਇਹਦੇ ਵਿੱਚ ਇਹ ਲਿਖਿਆ ਕਿ ਇੱਕ ਗੱਲ ਤੁਸੀਂ ਦੱਸੀ ਹੈ ਕਿ ਤੁਹਾਡੀ ਵਾਈਫ ਨੂੰ ਵੀ ਸੇਮ ਪ੍ਰੋਬਲਮ ਸੀ ਗਲੇ ਦੀ। ਨਹੀਂ, ਉਹਨਾਂ ਨੂੰ ਭੁੱਖ ਨਹੀਂ ਸੀ ਲੱਗਦੀ, ਲੇਕਿਨ ਭੁੱਖ ਬਹੁਤ ਲੱਗਦੀ ਸੀ, ਲੇਕਿਨ ਖਾ ਕੁਝ ਨਹੀਂ ਸੀ ਹੁੰਦਾ, ਖਾ ਨਹੀਂ ਸੀ ਹੁੰਦਾ। ਹਾਂਜੀ। ਔਰ ਜੋ ਚਰਚ ਹੈ ਜਦੋਂ ਪ੍ਰੇ ਹੋਈ, ਜਦੋਂ ਪਰਮੇਸ਼ਰ ਨੇ ਪ੍ਰੇ ਕੀਤੀ, ਉਹਦੇ ਬਾਅਦ ਉਸ ਦਿਨ ਘਰ ਜਾ ਕੇ ਪੂਰੀ ਤਰ੍ਹਾਂ ਢਿੱਡ ਪਾ ਕੇ ਰੋਟੀ ਖਾਧੀ। ਹਾਂਜੀ। ਔਰ ਤੁਹਾਡੇ ਗਲੇ ਵਿੱਚ ਟੌਨਸਰ ਸੀ, ਗਿਲਟੀਆਂ ਸੀ ਤੁਹਾਡੇ ਗਲੇ ਵਿੱਚ। ਹਾਂਜੀ ਹਾਂਜੀ। ਕਿੰਨੀ ਦੇਰ ਤੋਂ ਸੀ ਇਹ ਲਗਭਗ 40-45 ਸਾਲ ਤੋਂ ਸੀਗੇ। 40-45 ਸਾਲ ਤੋਂ। ਔਰ ਤੁਸੀਂ ਪਹਿਲੇ ਇੱਕ ਵਾਰੀ ਆਪਰੇਸ਼ਨ ਵੀ ਕਰਵਾਇਆ। ਹਾਂਜੀ, ਇੱਕ ਵਾਰੀ ਆਪਰੇਸ਼ਨ। ਔਰ ਤੁਸੀਂ 9-10 ਸਾਲ ਦਵਾਈ ਖਾਧੀ ਲਗਾਤਾਰ। ਹਾਂਜੀ। ਔਰ ਕੋਈ ਫਰਕ ਨਹੀਂ ਪਿਆ। ਬਿਲਕੁਲ। ਤੁਸੀਂ ਇੱਥੇ ਲਿਖਿਆ ਕਿ 25 ਦਸੰਬਰ 2016 ਨੂੰ ਜਦੋਂ ਮੀਟਿੰਗ ਵਿੱਚ ਪਰਮੇਸ਼ਰ ਦੇ ਦਾਸ ਨੇ ਕਿਹਾ ਕਿ ਗਲੇ ਦੀ ਗਿਲਟੀਆਂ ਤੇ ਰਸੌਲੀਆਂ ਗਾਇਬ ਹੋ ਰਹੀਆਂ ਮਾਂ। ਹਾਂਜੀ। तो उस टाइम ਤੁਸੀਂ ਆਪਣੇ ਆਪ ਨੂੰ ਚੈੱਕ ਕੀਤਾ। ਹਾਂਜੀ, ਮੈਂ ਰਿਸੀਵ ਕੀਤਾ ਉਸ ਸਮੇਂ। ਔਰ ਉਹਦੇ ਬਾਅਦ ਉਸ ਤੋਂ ਬਾਅਦ ਜਦੋਂ ਮੈਂ ਹੱਥ ਲਗਾ ਕੇ ਦੇਖਿਆ ਤੇ ਸੱਚਮੁੱਚ ਉਹ ਗਿਲਟੀਆਂ ਔਰ ਸੋਲੀਆਂ ਬਿਲਕੁਲ ਖਤਮ ਸੀਗੀਆਂ। ਮੈਂ ਖੁਦਾ ਦਾ ਧੰਨਵਾਦ ਕਰਦਾ। ਸਭ ਤਾਰੀਫ ਕਰੇ जोर से। ਹੁਣ ਤੁਹਾਡੇ ਕੋਈ ਗਿਲਟੀ ਨਹੀਂ ਹੈ। ਨਹੀਂ ਜੀ। ਹੁਣ ਤੁਸੀਂ ਬਿਲਕੁਲ ਠੀਕ ਹੋ ਜਾਂਦੇ ਬਾਅਦ। ਹਾਂਜੀ, ਪਰਮੇਸ਼ਰ ਦੇ ਦਾਸ ਨੇ ਕਿਹਾ ਸੀਗਾ ਕਿ ਨਾ ਸਾਲਾਂ ਦੇ ਵਿੱਚ ਤੇ ਨਾ ਮਹੀਨਿਆਂ ਦੇ ਵਿੱਚ ਨਾ ਘੰਟਿਆਂ ਦੇ ਵਿੱਚ, ਇਹ ਮਿੰਟਾਂ ਸਕਿੰਟਾਂ 'ਚ ਜਾਣ ਗਿਆ ਹੋਣੇ। ਤੇ ਮੈਂ ਵਿਸ਼ਵਾਸ ਕੀਤਾ ਉਸ ਸਮੇਂ ਔਰ ਪ੍ਰਭੂ ਨੇ ਸੱਚਮੁੱਚ ਉਸੇ ਤਰ੍ਹਾਂ ਮੇਰੇ ਜੀਵਨ 'ਚ ਕੰਮ ਕੀਤਾ। ਮੈਂ ਪ੍ਰਭੂ ਦਾ ਲੱਖ ਵਾਰ ਧੰਨਵਾਦ ਕਰਦਾ ਹਾਂ। ਤੁਹਾਨੂੰ ਕਿੰਨੇ ਸਾਲ ਤੋਂ ਪ੍ਰੋਬਲਮ ਸੀ? ਮੈਨੂੰ 40-45 ਸਾਲ ਤੋਂ। 40-45 ਸਾਲ ਤੋਂ।
तो एक बारी ऑपरेशन करवाया ਤਾਂ ਵੀ ਕੋਈ ਫਰਕ ਨਹੀਂ ਕੋਈ ਪਿਆ ਫਰਕ ਨਹੀਂ। ਤੁਸੀਂ ਦਵਾਈਆਂ ਵੀ ਖਾਧੀਆਂ ਮੈਂ ਦਵਾਈਆਂ ਖਾਂਦਾ ਰਿਹਾ, ਘਰਦਿਆਂ ਤੋਂ ਚੋਰੀ ਲਿਖਣ ਉਹਨੂੰ ਦੱਸਦਾ ਨਹੀਂ ਸੀਗਾ ਕਿ ਉਹ ਪਰੇਸ਼ਾਨ ਨਾ ਹੋ ਜਾਣ, ਕਿਉਂਕਿ ਇੱਕ ਵਾਰੀ ਮੈਂ ਨੱਕ ਦਾ ਆਪਰੇਸ਼ਨ ਕਰਾ ਚੁੱਕਿਆ ਵਾਂ। और ਤੁਸੀਂ 25 ਦਸੰਬਰ ਨੂੰ ਚਰਚ ਆਏ और उस दिन पर मेरी दास ने प्रोफेसी की थी ਤੇ ਮੈਨੂੰ ਲੇਕਿਨ 6 ਹਫ਼ਤੇ ਹੋ ਚਲੇ ਚਰਚ ਆਂਦੇ ਨੂੰ, ਲੇਕਿਨ 25 ਦਸੰਬਰ ਨੂੰ ਪਰਮੇਸ਼ਰ ਦੇ ਜਨਮ ਦਿਨ ਵਾਲੇ ਦਿਨ ਮੈਨੂੰ ਇਹ ਤੋਹਫਾ ਪਰਮੇਸ਼ਰ ਨੇ ਦਿੱਤਾ। ਮੈਂ ਪ੍ਰਭੂ ਦਾ और ਧੰਨਵਾਦ। ਜਿਹੜੀ 40-45 साल तो ਤੁਹਾਡੀ प्रॉब्लम से वो खत्म हो गई होगी। ਬਿਲਕੁਲ ਖਤਮ ਹੋ ਗਈ ਜੀ। तारीफ करें परमेश्वर की सब जोर से जोर से। ये तारीफ नहीं है, ये तारीफ नहीं है, जोर से तारीफ करें। एक बार अपने हाथों को उठाकर थैंक्स करें परमेश्वर का, अपने हाथों को उठाकर जोर से हालेलुया। सुनने में आसान लगता है 40-45 साल, उस व्यक्ति से पूछे जिन्होंने 40-45 साल उस प्रॉब्लम में, उस समस्या में अपने जीवन को व्यतीत किया हो। हालेलुया। हालेलुया जानसी जी, मैं हाँ जी ओ मैं लामड़े नो नहीं आपका नाम क्या है? अनीता। आपकी क्या गवाही है? मेरी बीमारी का गवाही है। जैसे कि कोई मेरे को कुछ कर दिया था, जैसे मेरा अंगूठा हिलता था, उसका बाद में मेरा शरीर भी सारे कांपता था, तो उसका बाद में जैसे कि मैं अपना गैस को दबा लेता था, ऐसे कि 4-5 आदमी भी मेरे को छोड़ाता था तो वो नहीं छूटता था, ऐसे मेरे में बहुत शक्ति आ जाता था उतना टाइम को। अभी मेरे ये बीमारी 25 साल जैसे हो गया था। आपको 25 साल से किसी ने कुछ किया हुआ था? हाँ जी हाँ जी। और जब आपका पूरा शरीर हिलता था हाँ जी हाँ जी। और आपको 5-5 आदमी भी पकड़ते, वो आपको पकड़ नहीं पाते थे? हाँ जी हाँ जी। वैसे तो अभी तो ठीक हो गया। अभी जैसे कि हम लोग का साल हो गया यहाँ पर आए हैं, और अभी जैसे कि साल हो गया तो हम लोग कोई पढ़े लिखे नहीं है, अनपढ़ है, तो इसलिए हम लोग इतना पता नहीं लगता है। जो यहाँ से सुन के वचन जाते हैं वही वहाँ प्रार्थना करते हैं, फिर कैसेट उसेट ले गए हैं उसको सुन के प्रार्थना कर लेते हैं। और अभी आप 6 महीने से बिल्कुल आजाद हैं? हाँ जी, अभी आप 6 महीना हो गया। 6 महीने से ठीक है आप? हाँ जी, 6 महीना से ठीक हो गया। अब आपका कोई शरीर नहीं होता? नहीं कोई अभी आपको कोई अटैक नहीं होता? नहीं कोई अटैक नहीं है अभी। तारीफ करें परमेश्वर की सब जोर से। हालेलुया। आई एम क्लेसन जाम सिटी, मम्मी पापा ने जाम सिटी, सौ से जाम सिटी। मेरी गवाही ये है, मैं ਐਤਵਾਰ ਅਸੀਂ ਤੇ ਕਾਂਬੜੇ ਚਾਚੀ ਨਵੇਂ ਸਾਲ ਦੇ ਸੀਗੇ ਤੇ ਉਹ ਪਾਪਾ ਜੀ ਨੇ ਪ੍ਰੈਸਰੀ ਕੀਤੀ ਸੀਗੀ, ਅੱਜ ਤੁਹਾਡੀ ਗੁੱਡ ਨਿਊਜ਼ ਸਾਡੇ ਘਰ ਵਿੱਚ ਇੰਤਜ਼ਾਰ ਕਰ ਰਹੀ ਹੈ। ਮੈਂ ਸੋਚਦਾ ਸੀ ਕਿਹੜੀ ਗੁੱਡ ਨਿਊਜ਼ ਹੋਊਗੀ। ਮੈਂ ਬੜੀ ਖੁਸ਼ੀ ਹੋਈ, ਘਰ ਗਿਆ, ਘਰ ਜਾ ਕੇ ਗੁੱਡ ਮੰਮੀ ਨੇ ਸਾਨੂੰ ਦੱਸੀ। ਮੰਮੀ ਕਹਿੰਦੀ ਆਪਣੇ ਜਿਹੜਾ ਫਲੈਟ ਨਹੀਂ ਮਿਲ ਰਿਹਾ ਆਪਾਂ ਨੂੰ ਪਲਾਟ, ਤੇ ਆਪਾਂ ਨੂੰ 4 ਮਰਲਾ ਪਲਾਟ ਮਿਲ ਚੁੱਕਾ ਹੈ। ਤੇ ਪਾਪਾ ਜੀ ਕਹਿੰਦੇ ਹੁੰਦੇ ਸੀਗੇ ਤੁਸੀਂ ਆਪਣੇ ਆਪਣੇ ਮਹੱਲੇ ਲਈ ਮੰਗੋ, ਆਪਣੇ ਆਪਣੇ ਰਿਸ਼ਤੇਦਾਰ ਲਈ ਮੰਗੋ, ਆਪਣੇ 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 अपने एरिया लिए, अपने मोहल्ले लिए, ਹਾਂਜੀ अपने ਮਹੱਲੇ इलाके ਮੰਨੋ। लिए। ਔਰ ਨਾਲੇ ਪਰਮੇਸ਼ਵਰ ਨੇ ਮੈਨੂੰ ਤਾਂ ਪਲਾਟ ਦਿੱਤਾ ਹੀ ਦਿੱਤਾ ਆ 4 ਮਰਲੇ ਦਾ, ਔਰ ਨਾਲੇ ਮੇਰੇ ਪੂਰੇ ਮਹੱਲੇ ਨੂੰ ਬਲੈਸ ਕੀਤਾ ਪ੍ਰਭੂ ਨੇ 4 ਮਰਲੇ ਦਾ ਪਲਾਟ ਦੇ ਕੇ। ਤੁਸੀਂ ਲਿਖਿਆ ਕਿ ਤੁਹਾਡੀ ਗਵਾਹੀ ਹੈ ਕਿ ਪਿਛਲੇ 40 ਸਾਲ ਤੋਂ ਸਰਕਾਰ ਨੇ 4-4 ਮਰਲੇ ਦੇ ਪਲਾਟ ਦੇਣੇ ਸੀਗੇ। ਹਾਂਜੀ। ਕਿੰਨੇ ਸਾਲ ਪਹਿਲਾਂ ਦੀ ਗੱਲ ਕਰ ਰਹੇ? 40 ਸਾਲ 40 ਸਾਲ ਪਹਿਲਾਂ ਦੀ। ਔਰ ਉਹ ਇਸ਼ੂ ਸੀ, ਉਹ ਮਿਲੇ ਨਹੀਂ ਸੀਗੇ ਜੇ ਕਿਸੇ ਨੂੰ ਵੀ? ਨਹੀਂ ਮਿਲੇ ਨਹੀਂ ਸੀਗੇ ਜੀ। और 40 साल तो ਤੁਹਾਡੇ ਪਿਤਾ ਜੀ, ਤੁਹਾਡੇ ਦਾਦਾ ਜੀ ਸਾਰੇ ਨੇ ਸਭ ਕੁਝ ਮਤਲਬ ਕਿ ਯਤਨ ਕੀਤੇ, ਪ੍ਰਯਤਨ ਕੀਤੇ, ਆਪਣੇ ਆਪਣੇ ਐਫਰਟ ਲਾਏ, ਪਰ ਉਹ ਪਲਾਟ ਨਹੀਂ ਮਿਲੇ। ਹਾਂਜੀ। ਔਰ ਤੁਸੀਂ 31 ਤਰੀਕ ਨੂੰ ਇੱਥੇ ਸੀਗੇ ਔਰ 1 ਤਰੀਕ ਨੂੰ ਤੁਸੀਂ ਚਰਚ ਸੀਗੇ। ਹਾਂਜੀ। ਔਰ ਤੁਸੀਂ ਚਰਚ ਮੀਟਿੰਗ ਜੋ ਅਟੈਂਡ ਕੀਤੀ, ਪਰਮੇਸ਼ਰ ਦਾਸ ਨੇ ਕਿਹਾ ਸੀ ਕਿ ਜਦੋਂ ਤੁਸੀਂ ਘਰ ਜਾਓਗੇ ਤੁਹਾਨੂੰ ਗੁੱਡ ਨਿਊਜ਼ ਮਿਲੇਗੀ। ਹਾਂਜੀ। और ਜਦੋਂ ਤੁਸੀਂ ਘਰ ਗਏ ਤੁਹਾਡੀ ਮੰਮੀ ਨੇ ਗੁੱਡ ਨਿਊਜ਼ ਦਿੱਤੀ ਕਿ ਜਿਹੜੇ 40 ਸਾਲ ਤੋਂ ਜੋ ਪਲਾਟ ਨਹੀਂ ਸੀ ਮਿਲ ਰਿਹਾ ਉਹ ਪਲਾਟ ਤੁਹਾਨੂੰ ਮਿਲ ਗਿਆ, ਔਰ ਤੁਹਾਡੇ ਪੂਰੇ ਮੁਹੱਲੇ ਨੂੰ ਪਲਾਟ ਮਿਲਿਆ। 4-4 ਮਰਲੇ, ਪੂਰੇ ਮੁਹੱਲੇ ਨੂੰ ਬਲੈਸ ਕੀਤਾ ਪ੍ਰਭੂ ਨੇ, ਮੇਰੇ ਪੂਰੇ ਮੁਹੱਲੇ ਨੂੰ ਬਲੈਸ ਕੀਤਾ। 4-4 ਮਰਲੇ ਦੇ ਜਿਹੜੇ ਫ੍ਰੀ ਪਲਾਟ ਜੋ ਸਰਕਾਰ ਦਿੰਦੀ ਹੈ, ਹਾਂਜੀ ਹਾਂਜੀ, ਜੋ 40 ਸਾਲ ਤੋਂ ਨਹੀਂ ਸੀ ਮਿਲੇ। ਇਹ ਤਾਰੀਫ ਨਹੀਂ ਹੈ ਤੁਹਾਡੇ ਕਰਕੇ, ਤੁਹਾਡੇ ਪੂਰੇ ਮੁਹੱਲੇ ਨੂੰ ਨਾਲ ਪਰਮਿਸ਼ਨ ਦਿੱਤੇ। ਤਾਰੀਫ ਕਰੇ ਪਰਮੇਸ਼ਰ की जोर से, जोर से। हालेलुया। 40 साल से लोग ट्राई कर रहे, कुछ नहीं हुआ। एक रात में क्या ऐसा हो गया? लेकिन जब आप विश्वास करते हैं कि परमेश्वर अपने नबियों को, अपने दासों को इस्तेमाल करते हैं, तो वो शब्द आपकी लाइफ, आपके जीवन में गवाही को पैदा करते हैं। आमीन। हालेलुया। इधर परमेश्वर के दास ने कहा कि जब आप घर जाएंगे आपको गुड न्यूज मिलेगी, और घर जा रहे और गुड न्यूज तैयार है जो 40 साल से 40 एक ही रात के बाद हो गया। आमीन। हालेलुया। आत्मिक माता पिता ਨੂੰ ਜੈ ਮਸੀਹ ਦੀ, ਸਾਰੀ ਸੰਗਤ ਨੂੰ ਜੈ ਮਸੀਹ ਦੀ।
ਮੇਰਾ ਪਿੰਡ ਪ੍ਰਤਾਪਰਾ ਲਾਂਬੜੇ ਲਾਗੇ ਤੇ ਗਵਾਹੀ ਮੇਰੀ ਵਾਈਫ ਦੀ ਆ। ਇਹਨਾਂ ਦੇ 6ਵੇਂ ਮਹੀਨੇ 4 ਤਰੀਕ ਨੂੰ ਅੱਖ ਦੇ ਵਿੱਚੋਂ ਖੂਨ ਨਿਕਲਿਆ ਤੇ ਉਹਦੇ ਬਾਅਦ ਅੱਖ 'ਚੋਂ ਖੂਨ ਬੰਦ ਹੋ ਕੇ ਤੇ ਨੱਕਾਂ ਥਾਣੀ ਜਾਣ ਲੱਗ ਪਿਆ ਤੇ ਅਸੀਂ ਫਿਰ ਇਹਨਾਂ ਨੇ ਫੋਨ ਕੀਤਾ। ਮੈਂ ਤਾਂ ਕੰਮ ਤੇ ਸੀ, ਜੋ ਕੰਮ ਤੋਂ ਆਇਆ ਤੇ ਫਿਰ ਮੈਂ ਇਹਨਾਂ ਨੂੰ ਹਸਪਤਾਲ ਲੈ ਗਿਆ। ਉੱਥੇ ਜਾ ਕੇ ਜਦੋਂ ਉਹਨੂੰ ਚੈੱਕ ਕਰਾਇਆ ਥਿੰਦ ਹਸਪਤਾਲ ਅਸੀਂ ਗਏ। ਉਹਨਾਂ ਕਿਹਾ ਇਹਨਾਂ ਦੀ ਅੱਖ ਦਾ ਜਿਹੜਾ ਪਰਦਾ ਸੀਗਾ ਪਹਿਲਾਂ ਪਵਾਇਆ ਸੀਗਾ ਤੇ ਉਹ ਕਹਿਣ ਲੱਗੇ ਵੀ ਇਹ ਦੁਬਾਰਾ ਪਾਉਣਾ ਪੈਣਾ ਆ ਤੇ ਤੁਸੀਂ ਇਹਨਾਂ ਨੂੰ ਦਵਾਈਆਂ ਲੈ ਜਾਓ ਤੇ 15 ਦਿਨਾਂ ਬਾਅਦ ਫਿਰ ਟੈਸਟ ਕਰਾ ਕੇ ਤੇ ਫਿਰ ਆਪਰੇਸ਼ਨ ਕਰਾਉਣਾ ਪਊਗਾ। ਤੇ ਉਹਨਾਂ ਲਿਖਿਆ ਸੀ ਵੀ 25,000 ਰੁਪਇਆ ਖਰਚਾ ਹੋਊਗਾ ਤੇ ਉਹ 15 ਦਿਨ ਤਾਂ ਕੀ ਪੈਣੇ ਸੀ, ਪਹਿਲਾਂ ਹੀ ਇਹਨੂੰ ਪੈਰਾਲਾਈਜ਼ ਦਾ ਵਿੱਚ ਹੀ 10-12 ਦਿਨਾਂ ਬਾਅਦ ਅਟੈਕ ਹੋ ਗਿਆ ਤੇ ਧੌਣ ਆਹ ਮੂੰਹ ਵਿੰਗਾ ਹੋ ਗਿਆ, ਆਹ ਹੱਥ ਪੈਰ ਲੱਤ ਸਾਰਾ ਟੇਢਾ ਹੋ ਗਿਆ ਤੇ ਅਸੀਂ ਇੱਥੇ ਚਰਚ ਲਿਆਉਂਦੇ ਹੁੰਦੇ ਸੀਗੇ ਵੀਲ ਚੇਅਰ ਤੇ। ਪਹਿਲਾਂ ਰਾਤ ਨੂੰ ਵੀਰਵਾਰ ਲੈ ਕੇ ਆਏ ਤੇ ਉਦੋਂ ਹੀ ਬਾਬਾ ਜੀ ਨੇ ਪ੍ਰਵੈਤੀ ਕੀਤੀ ਸੀ ਕਿ ਜਿਹੜੀ ਪੈਰਾਲਾਈਜ਼ ਦਾ ਅਟੈਕ ਹੋਇਆ ਉਹ ਠੀਕ ਹੋ ਰਹੇ ਆ ਤੇ ਇਹਨਾਂ ਦੇ ਉੱਤੇ ਔਲ ਲਾਇਆ ਪਾਸਟਰ ਤੁਲਸੀਦਾਸ ਜੀ ਉਹਨਾਂ ਨੇ ਤੇ ਉਹ ਗਲ ਦੇ ਉੱਤੇ ਉਹ ਬੰਨਿਆ ਹੋਇਆ ਸੀਗਾ ਤੇ ਉਹ ਖੋਲ ਕੇ ਛੱਡ ਦਿੱਤਾ ਤੇ ਜਦੋਂ ਆਇਲ ਲਾਇਆ ਤੇ ਉਹ ਧੌਣ ਇਹਨਾਂ ਦਾ ਮੂੰਹ ਸਿੱਧਾ ਹੋ ਗਿਆ ਸੀ। ਤੇ ਉਸ ਤੋਂ ਬਾਅਦ ਦੂਸਰੇ ਐਤਵਾਰ ਜਦੋਂ ਅਸੀਂ ਇੱਥੇ ਆਏ ਆ ਤੇ ਉਦੋਂ ਫਿਰ ਉਹ ਲਾਇਆ ਗਿਆ ਤੇ ਇਹ ਉੱਠ ਕੇ ਖੜੇ ਹੋ ਗਏ ਸੀ ਤੇ ਹੁਣ ਇਹਨਾਂ ਦੀ ਬਾਂਹ ਵੀ ਠੀਕ ਆ ਤੇ ਲੱਤ ਵੀ ਠੀਕ ਆ, ਸਾਰਾ ਅੱਖ ਵੀ ਬਿਲਕੁਲ ਸਹੀ ਆ। ਜਿਹਦਾ ਅਸੀਂ ਆਪਰੇਸ਼ਨ ਕਰਾਉਣਾ ਸੀ ਉਹ ਵੀ ਅੱਖ ਵੀ ਠੀਕ ਆ, ਬਿਲਕੁਲ ਸਹੀ ਆ। ਉਹਦੇ ਵਿੱਚੋਂ ਵੀ ਹੁਣ ਕੋਈ ਗੱਲਬਾਤ ਨਹੀਂ ਗੀ। ਹਾਂਜੀ ਉਹ ਸਹੀ ਆ। ਹੁਣ ਤੁਹਾਡੀ ਗਰਦਨ ਠੀਕ ਹੈ? ਠੀਕ ਆ, ਹਾਂਜੀ ਤੁਸੀਂ ਬਿਲਕੁਲ ਸਿੱਧਾ ਖੜੇ ਹੋ। ਹਾਂਜੀ ਤੁਹਾਡੀ ਇੱਕ ਸਾਈਡ ਪੂਰੀ ਰੁਕ ਗਈ ਸੀਗੀ ਉਸ ਅਟੈਕ ਦੇ ਬਾਅਦ ਰੁਕ ਗਏ ਸੀ। ਔਰ ਹੁਣ ਤੁਹਾਡਾ ਹੱਥ ਵੀ ਕੰਮ ਕਰ ਰਿਹਾ ਹਾਂਜੀ ਔਰ ਤੁਸੀਂ ਚੱਲ ਵੀ ਪਾ ਰਹੇ ਹੋ। ਹਾਂਜੀ ਤੁਸੀਂ ਚੱਲ ਕੇ ਦਿਖਾਓ। ये तारीफ नहीं है, ये तारीफ नहीं है। ਜਦੋਂ ਪੈਰਾਲਾਈਜ਼ ਦਾ ਅਟੈਕ ਹੋਇਆ ਤੁਸੀਂ ਵੀਲ ਚੇਅਰ ਤੇ ਲੈ ਕੇ ਆਂਦੇ ਸੀ ਉਦੋਂ? ਹਾਂਜੀ ਵੀਲ ਚੇਅਰ ਤੇ ਲੈ ਕੇ ਔਰ ਲਗਾਤਾਰ ਤੁਸੀਂ ਮੀਟਿੰਗ ਅਟੈਂਡ ਕਰਵਾਉਂਦੇ ਸੀਗੇ ਔਰ ਲਗਾਤਾਰ ਜਦੋਂ ਵੀ ਪਰਮੇਸ਼ਰ ਦਾਸ ਪ੍ਰੇ ਕਰਦੇ ਸੀ ਉਹ ਕਹਿੰਦੇ ਸੀ ਆਇਲ ਨਾ ਪ੍ਰੇ ਕਰੋ, ਆਇਲ ਲੱਗਦਾ ਸੀਗਾ ਔਰ ਇਸ ਟਾਈਮ ਇਹ ਠੀਕ ਨੇ ਔਰ ਪਰਮੇਸ਼ਰ ਨੇ ਚੰਗਾ ਕੀਤਾ ਵਾ। ਹਾਂਜੀ ਹਾਂਜੀ तारीफ करे परमेश्वर की जोर से ये तारीफ